ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰ ਸਿੰਘ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਐਬਰੋਡ ਦੇ ਵਿੱਚ। ਸ਼ੁਕਰੀਆ ਸਰ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅਰਵਿੰਦਰ ਜੀ, ਬਹੁਤ ਕੁਐਰੀਜ਼ ਆ ਰਹੀਆਂ ਨੇ ਸਾਨੂੰ ਔਰ ਸਭ ਦਾ ਇੱਕੋ ਹੀ ਸਵਾਲ ਹੈ ਕਿ ਕਦੋਂ ਮਿਲਣਗੇ ਅਪਾਇੰਟਮੈਂਟਸ, ਡੇਟਸ ਕਦੋਂ ਆਉਣਗੀਆਂ, ਕਿਉਂਕਿ ਸਾਰੇ ਜਾਣੇ ਕਾਹਲੇ ਪਏ ਹੋਏ ਨੇ ਬਾਹਰ ਜਾਣ ਵਾਸਤੇ। ਸੋ ਇੱਕ ਕੁਐਰੀ ਇਹਦਾ ਜਵਾਬ ਦਿਓ। ਬੇਸਿਕਲੀ ਜਿਹੜੀ ਸਭ ਤੋਂ ਵੱਧ ਕੁਐਰੀਜ਼ ਨੇ B1 B2 ਅਪਾਇੰਟਮੈਂਟਸ ਦੀਆਂ, ਜਿਹੜੀਆਂ ਟੂਰਿਜ਼ਮ ਵਾਲੀਆਂ ਜਾਂ ਹੌਲੀਡੇਇੰਗ ਵਾਲੀਆਂ, ਜਿਨ੍ਹਾਂ ਦੇ ਫੈਮਿਲੀ ਵਿਜ਼ਿਟ ਕਰਨਾ ਹੈ। ਯੈਸ। ਸੋ ਇਸ ਤੋਂ ਇਲਾਵਾ F1 ਦੀਆਂ ਅਪਾਇੰਟਮੈਂਟਸ ਸ਼ਡਿਊਲ ਹੋਣੀਆਂ ਸ਼ੁਰੂ ਹੋ ਗਈਆਂ, ਜਿਹੜੀਆਂ ਸਟੂਡੈਂਟਸ ਦੀਆਂ ਨੇ। B1 B2 ਦਾ ਐਗਜ਼ੈਕਟਲੀ ਜਿਹੜਾ ਅਗਰ ਅਸੀਂ ਸਭ ਤੋਂ ਵੱਡਾ ਪ੍ਰੋਗਰਾਮ ਵੇਖਦੇ ਹਾਂ, ਸਮਰ ਟਾਈਮ ਹੁੰਦਾ ਆ। ਸੋ ਬਹੁਤ ਹੋਪਫੁਲ ਹਾਂ ਕਿ April ਮਿਡ ਜਾਂ April ਲਾਸਟ ਤੱਕ ਅਪਾਇੰਟਮੈਂਟਸ ਰੈਗੂਲਰ ਹੋ ਜਾਣਗੀਆਂ, ਬਿਕੋਜ਼ ਮੇ ਔਨਵਰਡਸ US ਦਾ ਜਿਹੜਾ ਕੋਟੇ ਵਾਲਾ ਹਿਸਾਬ ਹੈ, ਜਿਹੜਾ ਸਮਰ ਪ੍ਰੋਗਰਾਮ ਹੈ ਬੇਸਿਕਲੀ, ਜਿਹਦੇ ਚ ਵੀਜ਼ਾ ਸਭ ਤੋਂ ਵੱਧ ਗ੍ਰਾਂਟ ਕੀਤੇ ਜਾਂਦੇ, ਉਹ ਸ਼ੁਰੂ ਹੋ ਜਾਂਦਾ ਹੈ। ਔਰ ਅਸੀਂ ਜਦੋਂ ਵੀ ਵੇਖਦੇ ਹਾਂ ਇਹਨੂੰ ਅਸੀਂ ਭਾਵੇਂ ਤੁਸੀਂ ਮਹੀਨਿਆਂ 'ਚ ਨਾ ਵੀ ਬੰਨੋ, ਤੁਸੀਂ ਜਦੋਂ ਵੀ ਵੇਖੋਗੇ ਮੈਕਸਿਮਮ ਵੀਜ਼ਾ ਕਿਸੇ ਵੀ ਅੰਬੈਸੀ ਦੇ ਜਦੋਂ ਗ੍ਰਾਂਟ ਹੁੰਦੇ ਆ, ਉਹ ਹਮੇਸ਼ਾ ਸਮਰ ਵਾਲਾ ਸਮਾਂ ਹੋਏਗਾ। ਗਰਮੀਆਂ 'ਚ ਨੇ ਦਿਨ ਖੁੱਲ੍ਹਦੇ ਆ, ਸੋ ਆਬਵੀਅਸਲੀ ਕੰਮਕਾਰ ਖੁੱਲ੍ਹਦੇ ਆ, ਹੌਲੀਡੇਇੰਗ ਆ, ਸਨਸ਼ਾਈਨ ਆ। ਸੋ ਬਹੁਤ ਸਾਰੇ ਫੈਕਟਰ ਆ। ਈਵਨ ਟੂਰਿਜ਼ਮ ਬੋਰਡਸ ਦੀਆਂ ਜਿੰਨੀਆਂ ਐਕਟੀਵਿਟੀਜ਼ ਨੇ, ਸੋ ਹਰ ਸਟੇਟ ਦਾ ਟੂਰਿਜ਼ਮ ਬੋਰਡ ਆ, US ਦਾ ਟੂਰਿਜ਼ਮ ਬੋਰਡ ਹੈ, ਸੋ ਕੈਲੀਫੋਰਨੀਆ ਸਟੇਟ ਟੂਰਿਜ਼ਮ ਬੋਰਡ ਹੈ। ਸੋ ਜਿੰਨੇ ਵੀ ਟੂਰਿਜ਼ਮ ਬੋਰਡਸ ਨੇ, ਇਹ ਸਭ ਆਪੋ ਆਪ ਨੂੰ ਪ੍ਰਮੋਟ ਕਰਦੇ ਨੇ। ਸੋ ਹਰ ਕੋਈ ਸਟੇਟ ਦੇ ਕੋਲ ਆਪੋ ਆਪਣੇ ਅਧਿਕਾਰ ਨੇ ਔਰ ਅਲੱਗ ਤੋਂ ਸਟੇਟ ਦੀ ਪ੍ਰਮੋਸ਼ਨ ਚੱਲਦੀ ਹੈ। ਔਰ ਮੈਕਸਿਮਮ ਪ੍ਰੋਗਰਾਮਸ ਜਿਹੜੇ ਸਮਰ ਦੇ ਹੁੰਦੇ ਨੇ। ਸੋ ਇਸ ਕਰਕੇ ਇਹਨਾਂ ਸਭ ਦੇ ਅਕੋਰਡਿੰਗ ਅਗਰ ਚੱਲੀਏ ਤਾਂ ਜਿਹੜਾ ਇਸ ਸਮਰ ਦੇ ਵਿੱਚ ਤੁਹਾਡੇ ਕੋਲ ਮੈਕਸਿਮਮ ਅਪਾਇੰਟਮੈਂਟਸ ਹੋਣਗੀਆਂ। ਔਰ ਜਿੰਨੇ ਵੀ ਲਿਸਨਰਸ ਆ, ਜਿੰਨੇ ਵੀ ਵਿਊਅਰਸ ਆ, ਉਹਨਾਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੀਆਂ ਅੰਬੈਸੀ ਦੀਆਂ ਫੀਸਾਂ ਭਰ ਕੇ ਇਨਲਾਈਨ ਆ ਜਾਓ। ਓਕੇ। ਸੋ ਤੁਹਾਡਾ ਲੌਗਇਨ ਕ੍ਰੀਏਟ ਕਰਕੇ ਆਪਣੀ ਅੰਬੈਸੀ ਦੀ ਫੀਸ ਕ੍ਰੀਏਟ ਕਰ ਲਓ। ਉਸ ਤੋਂ ਬਾਅਦ ਉਸ ਫੀਸ ਨੂੰ ਪੇ ਕਰ ਦਿਓ। ਫੀਸ ਨਾਰਮਲੀ 1 ਸਾਲ ਵੈਲਿਡ ਰਹਿੰਦੀ ਹੈ। ਕੋਵਿਡ ਦੇ ਸਮੇਂ ਦੇ ਵਿੱਚ ਇਹਨਾਂ ਨੂੰ ਸਾਲ ਦੀ ਵੈਲਿਡਿਟੀ ਵੀ ਘਟਾਤੀ ਹੈ। ਸੋ ਅਗਰ ਤੁਹਾਡਾ ਕੋਵਿਡ ਦੇ ਸਮੇਂ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਦੀ ਅਗਰ ਤੁਹਾਡਾ ਕੋਈ ਫੀਸ ਪੇ ਕੀਤੀ ਹੈ ਤਾਂ ਉਹ ਅੱਜ ਵੀ ਐਕਟਿਵ ਨੇ, ਬਿਕੋਜ਼ ਉਹ ਕੈਲੰਡਰ ਈਅਰ ਦੇ ਉੱਪਰ ਹੁਣ ਹਿਸਾਬ ਨਹੀਂ ਰਿਹਾ। ਸੋ ਅਗਰ ਫੀਸ ਪੇਡ ਹੈ, ਸੋ ਜਿੱਦਾਂ ਹੀ ਅਪਾਇੰਟਮੈਂਟਸ ਖੁੱਲਣਗੀਆਂ ਤੁਸੀਂ ਇਮੀਡੀਏਟਲੀ ਉਹਨੂੰ ਬੁੱਕ ਕਰ ਪਾਓਗੇ ਤਰੀਕਾ। ਬਿਕੋਜ਼ ਅਦਰਵਾਈਜ਼ ਕੀ ਹੈ ਕਿ ਅਸੀਂ ਸਭ ਵੇਖਦੇ ਰਹਿੰਦੇ ਕਿ ਬਾਹਰੋਂ ਰਾਹਦਾਰੀ ਆਏਗੀ ਤੇ ਫਿਰ ਸੋਚਾਂਗੇ। ਰਾਈਟ। ਸੋ ਰਾਹਦਾਰੀ ਸਾਨੂੰ ਅਖੀਰਲੇ ਸਮੇਂ ਤੇ ਚਾਹੀਦੀ ਹੈ। ਯੈਸ। ਸੋ ਜਿੱਦਣ ਅਸੀਂ ਅੰਬੈਸੀ ਅਪੀਅਰ ਹੋਣਾ, ਸੋ ਤੁਸੀਂ ਆਪਣੇ ਆਪ ਨੂੰ ਅਗਰ ਤੇਜ਼ੀ ਕਰਨਾ ਚਾਹੁੰਦੇ ਹੋ, ਸੋ ਦਿਸ ਇਜ਼ ਅ ਰਾਈਟ ਟਾਈਮ ਕਿ ਤੁਸੀਂ ਇਮੀਡੀਏਟਲੀ ਐਕਸ਼ਨ ਲੈ ਕੇ ਆਪਣੀ ਅੰਬੈਸੀ ਦੀ ਫੀਸ ਪੇ ਕਰਕੇ $160 ਹੈ, ਐਕਸਿਸ ਬੈਂਕ ਦੇ ਵਿੱਚ ਪੇ ਹੁੰਦੀ ਹੈ ਇੱਥੇ। ਸੋ ਤੁਸੀਂ $160 ਪੇ ਕਰੋ, get in line, immediately appointments open ਹੋਣਗੀਆਂ ਔਰ you will be in the queue ਔਰ immediately ਤੁਸੀਂ ਆਪਣੀ ਤਰੀਕਾਂ ਬੁੱਕ ਕਰਕੇ ਇਸ ਸਮਰ ਦੇ ਵਿੱਚ ਡੈਫੀਨਿਟਲੀ ਤੁਸੀਂ US ਜਾਣ ਦਾ ਆਪਣਾ ਸੁਪਨਾ ਸੱਚ ਕਰ ਸਕਦੇ ਹੋ। ਵੈਰੀ ਟਰੂ। ਔਰ ਸਾਡੇ ਇਹ ਦਰਸ਼ਕ ਇਹਨਾਂ ਪੁਆਇੰਟਸ ਨੂੰ ਆਪਣੇ ਕੋਲ ਨੋਟ ਕਰ ਲੈਣ, ਕਿਉਂਕਿ ਜੋ ਵੀ ਇੱਕ ਚੀਜ਼ ਹੋਰ ਐਡ ਕਰਨ ਵਾਲੀ ਆ ਗਈ। ਸੋ ਇਹਦੇ ਨਾਲ ਅਪਾਇੰਟਮੈਂਟਸ ਬਹੁਤ ਸਾਰੇ ਐਪਲੀਕੈਂਟਸ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੀਆਂ ਅਪਾਇੰਟਮੈਂਟਸ ਆ ਨਹੀਂ ਰਹੀਆਂ, ਸੋ ਉਹ ਵੀ ਆਪਣੀ ਅਪਾਇੰਟਮੈਂਟਸ ਸ਼ਡਿਊਲ ਕਰ ਸਕਦੇ ਨੇ। ਸੋ ਜਿੱਦਾਂ ਕਿ ਜਿੰਨੇ ਇਮੀਗ੍ਰੈਂਟ ਕੇਸਿਸ ਆ, ਇਮੀਗ੍ਰੈਂਟ ਕੇਸਿਸ ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਦੀ ਕੋਵਿਡ ਦੇ ਸਮੇਂ 'ਚ ਅਪਾਇੰਟਮੈਂਟਸ ਆਈਆਂ ਸੀ, ਕੈਂਸਲ ਹੋ ਗਈਆਂ। ਉਸ ਤੋਂ ਬਾਅਦ ਦੁਬਾਰਾ ਦੇ ਆਰ ਵੇਟਿੰਗ ਕਿ ਸਾਨੂੰ ਅਪਾਇੰਟਮੈਂਟ ਆਏਗੀ। ਉਹ ਨਹੀਂ ਵੀ ਆਉਂਦੇ, ਸਟਿਲ ਤੁਸੀਂ ਪ੍ਰੋਸੀਡ ਕਰ ਸਕਦੇ ਹੋ। ਤੁਸੀਂ ਆਪਣੀਆਂ ਅਪਾਇੰਟਮੈਂਟਸ ਈਵਨ ਇਮੀਗ੍ਰੈਂਟ ਕੇਸ ਦੀਆਂ, ਅਗਰ ਤੁਹਾਡੇ ਕੋਲ NVC ਦੀ ਲੈਟਰ ਆਈ ਹੈ ਐਂਡ ਯੂ ਗਾਟ ਐਨ ਈਮੇਲ, ਜਿਹੜੀ 60 ਦਿਨ ਦੀ ਈਮੇਲ ਆਉਂਦੀ ਹੈ ਕਿ ਤੁਹਾਡੇ ਕੋਲ ਈਮੇਲ ਆ ਗਈ ਹੈ ਕਿ ਅਪਾਇੰਟਮੈਂਟ ਤੁਹਾਨੂੰ ਮਿਲ ਜੇਗੀ। ਸੋ ਤੁਸੀਂ ਆਪਣੀਆਂ ਅਪਾਇੰਟਮੈਂਟਸ ਸ਼ਡਿਊਲ ਕਰ ਸਕਦੇ ਹੋ ਇਮੀਗ੍ਰੈਂਟ ਕੇਸਿਸ ਦੀਆਂ। ਓਕੇ। ਸੋ ਉਹਦੇ 'ਚ ਤੁਹਾਨੂੰ ਥੋੜਾ ਬਹੁਤ ਤਰੀਕਾ ਅਲੱਗ ਹੋਏਗਾ, ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਸੀ ਉਸ ਤਰੀਕੇ ਨਾਲ ਨਹੀਂ ਹੈ। ਸੋ ਉਹਦੇ ਤੁਹਾਨੂੰ ਇੱਕ ਅਪਾਇੰਟਮੈਂਟ ਪਹਿਲਾਂ ਕਰਕੇ ਦੂਸਰੀ ਅਪਾਇੰਟਮੈਂਟ ਲੇਟਰ ਔਨ ਕਰਕੇ ਤੁਹਾਨੂੰ ਇਸ ਤਰੀਕੇ ਨਾਲ ਕੈਰੀ ਔਨ ਕਰਨਾ ਪਏਗਾ। ਔਰ ਕਾਫੀ ਇਮੀਗ੍ਰੈਂਟ ਕੇਸਿਸ ਅਸੀਂ ਆਲਰੇਡੀ ਕੀਤੇ ਆ ਜਿਹਦੇ ਵਿੱਚ ਕਿ ਦੇ ਵਰ ਵੇਟਿੰਗ ਕਿ ਸਾਡੀਆਂ ਅਪਾਇੰਟਮੈਂਟਸ ਆਉਣਗੀਆਂ, ਅਪਾਇੰਟਮੈਂਟ ਅੰਬੈਸੀ ਦੀ ਕੈਂਸਲ ਹੋ ਗਈ ਜੀ, ਹੁਣ ਜਦ ਤੱਕ ਨਹੀਂ ਹੁੰਦੀ ਤਦ ਤੱਕ ਕਰ ਨਹੀਂ ਸਕਦੇ। ਸੋ ਇਹ ਸਭ ਨੂੰ ਸ਼ਡਿਊਲ ਕਰਕੇ ਅਸੀਂ ਉਹਨਾਂ ਦੇ ਵੀਜ਼ਾਸ ਵੀ ਲੈ ਚੁੱਕੇ ਹਾਂ। ਸੋ ਇਮੀਗ੍ਰੈਂਟ ਕੇਸਿਸ ਲਈ ਵੀ ਇਹ ਇੱਕ ਸਮਾਂ ਆ ਕਿ ਦੇ ਕੈਨ ਐਕਟ ਔਨ ਦੇਅਰ ਕੇਸਿਸ। ਸੋ ਸਮਰ ਕਾਫੀ ਇੰਪੋਰਟੈਂਟ ਰਹਿਣ ਵਾਲਾ ਆ US ਦੇ ਲਈ। ਔਰ US ਦੇ ਤੁਸੀਂ ਮੈਕਸਿਮਮ ਵੀਜ਼ਾਸ ਵੀ ਕੋਟਾ ਵਾਈਜ਼ ਵੀ ਵੇਖੋਗੇ, ਮੈਕਸਿਮਮ ਵੀਜ਼ਾਸ ਇਸੇ ਸਮੇਂ ਦੇ ਵਿੱਚ ਗ੍ਰਾਂਟ ਹੋਣਗੇ। ਓਕੇ, ਦੈਟਸ ਨਾਈਸ। ਔਰ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਆਪਣੀ ਇਸ ਕੁਐਰੀ ਦਾ ਜਵਾਬ ਮਿਲ ਗਿਆ ਹੋਣਾ। ਲਗਾਤਾਰ ਆਪਣੀਆਂ ਕੁਐਰੀਜ਼ ਭੇਜਦੇ ਰਹੋ ਤੇ ਅਸੀਂ ਤੁਹਾਨੂੰ ਜਵਾਬ ਵੀ ਲਗਾਤਾਰ ਦਿੰਦੇ ਰਵਾਂਗੇ ਆਪਣੇ ਹਰ ਐਪੀਸੋਡ ਦੇ ਵਿੱਚ। ਸੋ ਇੱਕ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਸਮਰ ਦੇ ਵਿੱਚ ਸਭ ਕੁਝ ਖੁੱਲ੍ਹਦਾ ਹੈ, ਪਰ ਪਿੱਛੇ ਜੇ ਸਟੂਡੈਂਟਸ ਵੀ ਗਏ ਸੀ ਸਾਇੰਸ ਟੂਰ ਦੇ ਨਾਲ, ਆਪਣੇ ਸਕੂਲਸ ਦੇ ਨਾਲ ਜਾਂਦੇ ਨੇ, ਕਾਲਜਿਸ ਦੇ ਨਾਲ ਜਾਂਦੇ ਨੇ, ਉਹਨਾਂ ਦਾ ਛੋਟਾ ਟੂਰ ਹੁੰਦਾ ਹੈ ਔਰ ਕਰਕੇ ਵਾਪਸ ਆ ਜਾਂਦੇ ਨੇ। ਉਸ ਦਾ ਕੋਈ ਬੈਨੀਫਿਟ ਹੋ ਸਕਦਾ ਹੈ ਬਾਹਰ ਜਾਣ ਵਾਸਤੇ ਦੁਬਾਰਾ? ਯੈਸ, ਅਗਰ ਤੁਹਾਡੇ ਕੋਲ ਕੋਈ ਵੀ ਵੀਜ਼ਾ ਹੈ, ਚਾਹੇ ਉਹ ਐਕਸਪਾਇਰ ਹੋਇਆ ਸੋ ਤੁਸੀਂ ਅਗਰ ਯੰਗ ਹੋ, ਤੁਸੀਂ ਆਪਣਾ ਵੀਜ਼ਾ US ਵਿੱਚ ਸਟੂਡੈਂਟ ਦੇ ਉੱਪਰ F1 ਦੇ ਉੱਪਰ ਸਵਿਚ ਕਰ ਸਕਦੇ ਹੋ। ਓਕੇ। ਔਰ ਉਹਦੇ ਲਈ ਤੁਹਾਨੂੰ ਐਡੀਸ਼ਨਲ ਕੁਝ ਨਹੀਂ ਕਰਨਾ, ਉਹਦਾ ਇਹ ਉਦੋਂ ਜੀ ਟਾਈਮ ਹੈ। ਸੋ ਤੁਹਾਡੇ ਕੋਲ ਵੀਜ਼ਾ ਵੇਵਰ ਹੈਗਾ ਉਹਨਾਂ ਦੇ ਲਈ। ਸੋ ਅਗਰ ਤੁਹਾਡੇ ਕੋਲ ਪੁਰਾਣਾ ਵੀਜ਼ਾ ਸੀ ਕੋਈ ਵੀ ਕਿਸੇ ਵੀ ਕੈਟਾਗਰੀ ਦੇ ਵਿੱਚ, ਚਾਹੇ ਉਹ B1 B2 ਸੀ,
ਚਾਹੇ ਉਹ F1 ਸੀ ਚਾਹੇ ਕੋਈ ਵੀ ਵੀਜ਼ਾ ਸੀ। Yeah. ਸੋ ਅਗਰ ਤੁਸੀਂ ਸ਼ਾਰਟ ਡਿਊਰੇਸ਼ਨ ਦੇ ਵਿੱਚ ਵੀ ਵਾਪਸ ਆ ਗਏ, ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ, ਤਾਂ ਵੀ ਸਟਿਲ ਤੁਸੀਂ ਆਪਣੇ ਆਪ ਨੂੰ ਸਟੂਡੈਂਟ ਵਿੱਚ ਕਨਵਰਟ ਕਰ ਸਕਦੇ ਹੋ। ਓਕੇ। ਔਰ ਅਗਰ ਤੁਹਾਡੇ ਕੋਲ ਨਾਰਮਲੀ ਬੱਚਿਆਂ ਨੂੰ ਪ੍ਰੋਬਲਮ ਕੀ ਆਉਂਦੀ ਆ, 16-17 ਸਾਲ ਦੀ ਉਮਰ ਦੇ ਵਿੱਚ ਸਕੂਲਸ ਟੂਰ ਲਵਾਉਂਦੇ ਨੇ। ਸੋ ਸਟੂਡੈਂਟਸ ਦੀ ਉਮਰ ਹੁੰਦੀ ਹੈ 10ਵੀਂ 12ਵੀਂ ਦੇ ਵਿੱਚ 16-17-18 ਸਾਲ ਦੀ ਉਮਰ ਹੁੰਦੀ ਹੈ। ਸੋ ਅਗਰ ਤੁਹਾਡੇ ਕੋਲ ਵੈਲਿਡ ਵੀਜ਼ਾ ਵੀ ਆ, ਸਟੂਡੈਂਟ ਟਰੈਵਲ ਕਰਨ ਦੇ ਵਿੱਚ ਬਹੁਤ ਦਿੱਕਤ ਆਏਗੀ, ਕਿਉਂਕਿ ਤੁਸੀਂ ਇੱਕ ਟੂਰ ਲਾ ਲਿਆ, ਉਦੋਂ ਤੁਹਾਡੇ ਨਾਲ ਸਕੂਲ ਵੈਂਟ ਐਜ਼ ਅ ਗਾਰਡੀਅਨ। ਸੋ ਇਸ ਸਮੇਂ ਦੇ ਵਿੱਚ ਤੁਸੀਂ ਟਰਾਈ ਕਰੋਗੇ ਇਕੱਲੇ ਜਾਣ ਦੀ, ਤੇ ਤੁਹਾਨੂੰ ਇਮੀਗ੍ਰੇਸ਼ਨ ਕਲੀਅਰੈਂਸ ਨਹੀਂ ਹੋਏਗੀ। ਸੋ ਕੋਡ ਆਫ ਐਂਟਰੀ ਦੇ ਉੱਪਰ ਤੁਹਾਨੂੰ ਰੋਕ ਲਿਆ ਜਾਊਗਾ। ਸੋ ਉਹ ਸਟੂਡੈਂਟਸ ਲਈ ਇਹ ਇਸ ਟਾਈਮ ਇੱਕ 골ਡਨ ਅਪਰਚੂਨਿਟੀ ਹੈ ਕਿ ਯੂ ਆਰ ਸਟਿਲ ਸਟੂਡੈਂਟ, ਚਾਹੇ ਤੁਹਾਡੇ ਕੋਲ 2-4 ਸਾਲ ਗੈਪ ਵੀ ਹੈਗਾ, ਡਸਨਟ ਮੈਟਰ। ਸੋ ਤੁਸੀਂ ਆਪਣਾ ਸਟੇਟਸ ਚੇਂਜ ਕਰ ਸਕਦੇ ਹੋ ਹੁਣ। ਸੋ ਤੁਸੀਂ B1 B2 ਤੋਂ, ਜਿਹੜਾ ਕਿ ਤੁਹਾਡੇ ਕੋਲ ਵੀਜ਼ਾ ਡਿਊਰੇਸ਼ਨ ਛੋਟੀ ਸੀ, 3 ਮਹੀਨੇ ਜਾਂ 6 ਮਹੀਨੇ ਦਾ ਵੀਜ਼ਾ ਸੀ, ਚਾਹੇ 10 ਸਾਲ ਦਾ ਵੀ ਕਈਆਂ ਨੂੰ ਬਾਅਦ ਚ ਵੀਜ਼ਾ ਮਿਲਿਆ ਹੈ। ਸੋ ਉਸ ਵੀਜ਼ਾ ਨੂੰ ਚਾਹੇ ਵੈਲਿਡ ਆ ਚਾਹੇ ਇਨਵੈਲਿਡ ਆ, ਸੋ ਤੁਸੀਂ ਵੀਜ਼ਾ ਐਕਸਪਾਇਰ ਹੋਇਆ ਵੀ ਤੁਸੀਂ ਆਪਣਾ ਵੀਜ਼ਾ ਸਵਿਚ ਕਰ ਸਕਦੇ ਹੋ, ਔਰ ਉਹ ਵੀ ਬਿਨਾਂ ਅੰਬੈਸੀ ਇੰਟਰਵਿਊ ਤੋਂ। ਵਾਹ ਵਾਹ। ਸੋ ਤੁਹਾਨੂੰ ਅੰਬੈਸੀ ਜਾਣ ਦੀ ਲੋੜ ਨਹੀਂ ਪਏਗੀ। ਸੋ ਤੁਹਾਡਾ ਵੀਜ਼ਾ ਉਹ ਇੱਥੇ ਘਰ ਬੈਠਾ ਹੀ ਵੀਜ਼ਾ ਸਵਿਚ ਹੋ ਜਾਏਗਾ। ਸੋ ਤੁਹਾਡੀ ਐਡਮਿਸ਼ਨ ਹੋ ਜਾਏਗੀ ਯੂਨੀਵਰਸਿਟੀ ਦੇ ਵਿੱਚ, ਤੁਹਾਡੇ ਕੋਲ ਜਿਹੜੀ ਅਗਲੀ ਪੜ੍ਹਾਈ ਤੁਸੀਂ ਉਸ ਯੂਨੀਵਰਸਿਟੀ ਜਾ ਕੇ ਆਪਣੀ ਪੂਰੀ ਕਰ ਸਕਦੇ ਹੋ। ਸੋ ਤੁਸੀਂ 2 ਲੈਵਲਸ ਨੇ ਇਹਦੇ, ਤੁਸੀਂ ਬੈਚਲਰਸ ਵਿੱਚ ਜਾ ਸਕਦੇ ਹੋ, ਅੰਡਰਗ੍ਰੈਡ ਸਟੂਡੈਂਟਸ ਨੇ ਜਿਹੜੇ, ਔਰ ਇੱਕ ਤੁਸੀਂ ਮਾਸਟਰਸ ਵਿੱਚ ਜਾ ਸਕਦੇ ਹੋ ਜਿਹੜੇ ਲਾਈਕ ਗ੍ਰੈਜੂਏਟ ਨੇ ਸਟੂਡੈਂਟਸ। ਸੋ ਜਿਹੜੀ ਅੰਡਰ ਗ੍ਰੈਜੂਏਟ ਐਜੂਕੇਸ਼ਨ ਆ ਉਹ 4 ਸਾਲ ਦੀ ਐਜੂਕੇਸ਼ਨ ਹੈ, ਔਰ ਜਿਹੜੀ ਮਾਸਟਰਸ ਡਿਗਰੀ ਹੈ ਉਹ ਲਗਭਗ 2 ਸਾਲ ਦੀ ਹੈ। ਰਾਈਟ। ਬਟ ਜਿਹੜੀ ਇਸ ਵੀਜ਼ਾ ਦੀ ਡਿਊਰੇਸ਼ਨ F1 ਵੀਜ਼ਾ ਹੋਏਗਾ, ਤੁਹਾਡਾ ਜਿਹੜਾ ਨਵਾਂ ਵੀਜ਼ਾ ਹੋਏਗਾ, ਇਹਦੀ ਡਿਊਰੇਸ਼ਨ 5 ਸਾਲ ਹੋਏਗੀ। ਓਕੇ। ਸੋ ਚਾਹੇ ਤੁਹਾਡੀ ਐਜੂਕੇਸ਼ਨ ਦੇ ਪ੍ਰੋਗਰਾਮ ਦੀ ਕੋਈ ਵੀ ਡਿਊਰੇਸ਼ਨ ਹੋਵੇ, F1 ਵੀਜ਼ਾ ਦੀ ਕੈਟਾਗਰੀ ਜਿਹੜੀ ਆ ਉਹ 5 ਸਾਲ ਲਈ ਵੈਲਿਡ ਆ। ਸੋ ਸਟੂਡੈਂਟਸ ਲਈ ਕਾਫੀ ਅਪਰਚੂਨਿਟੀ ਹੈ, ਕਾਫੀ ਸਮਾਂ ਆ, ਮੌਕਾ ਆ, ਔਰ ਇਹ ਮੌਕਾ ਬਾਰ-ਬਾਰ ਨਹੀਂ ਆਉਂਦਾ, ਬਿਕੋਜ਼ ਇਹ ਕੋਵਿਡ ਦੇ ਪ੍ਰੋਟੋਕਾਲਸ ਨੇ ਜਿਹਦਾ ਕਰਕੇ ਇਹ ਇਸ ਸਮੇਂ 'ਚ ਲਾਗੂ ਆ। ਇਹ ਕਦੋਂ ਬੰਦ ਹੋ ਜਾਣਾ ਤੁਸੀਂ ਕਹਿ ਨਹੀਂ ਸਕਦੇ। ਸੋ ਜਿਹੜੇ ਸਟੂਡੈਂਟਸ ਕੁਇਕਲੀ ਐਕਟ ਕਰ ਸਕਦੇ ਨੇ, ਉਹਨਾਂ ਲਈ ਇਹ 골ਡਨ ਅਪਰਚੂਨਿਟੀ ਹੈ ਕਿ ਆਪਣਾ ਵੀਜ਼ਾ ਸਟੇਟਸ ਚੇਂਜ ਕਰ ਲੈਣ, ਅਗਰ US ਵਿੱਚ ਜਾ ਕੇ ਵਸਣ ਦਾ ਸੁਪਨਾ ਰੱਖਦੇ ਨੇ। ਵੈਰੀ ਨਾਈਸ। ਇੱਕ ਤੁਸੀਂ ਆਪਣੇ ਪਹਿਲੇ ਕੁਐਰੀ ਦੇ ਜਵਾਬ ਦੇ ਵਿੱਚ ਇੱਕ ਸੈਂਟੈਂਸ ਬੋਲੇ ਸੀ ਕਿ ਕੋਟਾ। ਜੀ। ਸੋ ਇਹ ਅਮਰੀਕਨ ਅੰਬੈਸੀ ਕਿੰਨਾ ਕੋਟਾ ਦਿੰਦੀ ਹੈ? ਇਹਦਾ ਕੋਈ ਟਾਈਮ ਲਿਮਿਟ ਜਾਂ ਇਹਦਾ ਕੋਈ ਫਿਕਸ ਕੀਤਾ ਹੁੰਦਾ ਕਿ ਇੰਨਾ ਹੀ ਕੋਟਾ ਦੇਣਾ, ਇਸ ਤੋਂ ਬਾਅਦ ਅਸੀਂ ਕ੍ਰਾਸ ਨਹੀਂ ਕਰ ਸਕਦੇ, ਇੰਨਾ ਹੀ ਲੌਕ ਕੱਢਣਾ ਹੈ ਅਸੀਂ? ਨਹੀਂ, ਜਨਰਲੀ ਇਸ ਤਰੀਕੇ ਨਾਲ ਨਹੀਂ ਹੈ। ਬੇਸਿਕਲੀ ਅਗਰ ਅਸੀਂ ਪੂਰੀ ਦੁਨੀਆ ਦੇ ਕੰਟਰੀਜ਼ ਕੰਪੇਅਰ ਕਰਦੇ ਹਾਂ, ਸੋ ਤੁਸੀਂ ਇੱਕ ਪਾਸੇ ਸਾਰੇ ਮੁਲਕ ਲੈ ਲਓ, ਇੱਕ ਪਾਸੇ ਇੰਡੀਆ ਦਾ ਕਿੰਨੇ ਕੁ ਲੋਕ ਟਰੈਵਲ ਕਰਦੇ ਨੇ। ਸੋ ਮੈਕਸਿਮਮ ਜਿਹੜਾ ਕੋਟਾ ਆ ਸਾਡਾ ਉਹ US ਦੇ ਵਿੱਚ ਹੀ ਆ। ਓਕੇ। ਸੋ US ਨੰਬਰ 1 ਕੰਟਰੀ ਆ ਜਿਹੜਾ ਸਾਨੂੰ ਵੀਜ਼ਾ ਗ੍ਰਾਂਟਸ ਵਿੱਚ ਸਭ ਤੋਂ ਵੱਧ ਵੀਜ਼ਾ ਗ੍ਰਾਂਟ ਕਰਦਾ ਆ। ਸੋ ਸਾਨੂੰ ਲੱਗਦਾ ਭਾਵੇਂ ਕੋਈ ਵੀ ਮੁਲਕ ਹੋਵੇ ਕਿ ਸਾਡੇ ਸਭ ਤੋਂ ਵੱਧ ਲੋਕ ਇੱਥੇ ਜਾਂਦੇ ਨੇ, ਬਟ US ਦੇ ਵਿੱਚ ਸਾਡਾ ਜਿਹੜਾ ਨੰਬਰ ਹੈ ਉਹ ਅਸੀਂ ਚਾਈਨਾ ਨੂੰ ਵੀ ਕ੍ਰਾਸ ਕੀਤਾ ਹੋਇਆ। ਰਾਈਟ। ਔਰ ਅਗਰ ਤੁਸੀਂ ਇਹਨੂੰ ਦੇਖਣਾ ਚਾਹੁੰਦੇ, ਯੂ ਕੈਨ ਸਰਚ ਇਟ ਯੋਰਸੈਲਫ, ਗੂਗਲ ਦੇ ਵਿੱਚ ਜਾ ਕੇ ਤੁਸੀਂ ਸਿਰਫ ਇੰਨਾ ਹੀ ਲਿਖਣਾ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਟਰੰਪ ਗਵਰਨਮੈਂਟ ਦੇ ਟਾਈਮ ਤੇ ਸਭ ਤੋਂ ਘੱਟ ਵੀਜ਼ਾਸ ਗ੍ਰਾਂਟ ਹੋਏ ਆ। ਸੋ ਤੁਸੀਂ ਟਰੰਪ ਨਾਮ ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ। ਤੁਸੀਂ ਲਾਈਕ ਟਰੰਪ ਇਫੈਕਟ ਕੱਲਾ ਲਿਖਿਓ ਔਰ ਗੂਗਲ ਇਟ। ਓਕੇ। ਔਰ ਤੁਸੀਂ ਉਹਦੇ ਚ ਤੁਹਾਨੂੰ ਨਿਊਜ਼ ਮਿਲਣਗੀਆਂ ਜਿਹਦੇ ਚ ਲਿਖਿਆ ਹੋਏਗਾ ਕਿ ਇੰਡੀਆ ਦਾ ਕੋਟਾ ਕਿੰਨਾ ਆ। ਸੋ ਅਗਰ ਅਸੀਂ 2018 ਤੋਂ ਪਹਿਲਾਂ ਦੀ ਗੱਲ ਕਰੀਏ, ਸਾਡੇ ਕੋਲ ਉਦੋਂ 8.5 ਲੱਖ ਵੀਜ਼ਾ ਸੀਗਾ 1 ਸਾਲ ਦੇ ਵਿੱਚ। ਰਾਈਟ। ਸੋ ਇਹਦਾ ਮਤਲਬ ਲਗਭਗ ਤੁਸੀਂ ਇਹਨੂੰ ਅਗਰ ਮਹੀਨਿਆਂ 'ਚ ਵੰਡਣਾ, ਤੁਸੀਂ ਉਸ ਤਰੀਕੇ ਨਾਲ ਕੈਰੀ ਔਨ ਕਰ ਸਕਦੇ ਹੋ। ਸੋ ਅਸੀਂ 18 ਤੋਂ ਬਾਅਦ ਅਸੀਂ 1 ਮਿਲੀਅਨ ਵੀਜ਼ਾਸ ਦਾ ਜਿਹੜਾ ਟਾਰਗੇਟ ਆ ਉਹ ਅਚੀਵ ਕੀਤਾ ਹੈ। ਸੋ ਇਟਸ ਨਾਟ ਆਵਰ ਟਾਰਗੇਟ, ਬੇਸਿਕਲੀ ਅੰਬੈਸੀ ਦਾ ਟਾਰਗੇਟ ਹੈ। ਸੋ ਅੰਬੈਸੀ ਨੇ 2019 ਦੇ ਵਿੱਚ 10 ਲੱਖ ਲੋਕਾਂ ਨੂੰ ਵੀਜ਼ਾਸ ਦਿੱਤੇ ਨੇ। ਓ ਗॉड। ਸੋ ਜੋ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਵੀਜ਼ਾ ਪ੍ਰੋਗਰਾਮ ਹੈ ਉਹ ਸਭ ਤੋਂ ਵੱਧ ਹੈ। ਸੋ ਇਸ ਤੋਂ ਪਹਿਲਾਂ ਸਾਡੇ ਕੋਲ ਚਾਈਨਾ ਸਾਡੇ ਤੋਂ ਉੱਪਰ ਹੁੰਦਾ ਸੀ। ਸੋ ਚਾਈਨਾ ਦਾ ਕੋਟਾ ਸਾਡੇ ਤੋਂ ਵੱਧ ਸੀਗਾ। ਓਕੇ। ਬਟ ਹੁਣ ਇੰਡੀਆ ਨੰਬਰ 1 ਹੈ, ਔਰ US ਦੇ ਲਈ ਵੀ ਔਰ ਇੰਡੀਆ ਦੇ ਲਈ ਵੀ, ਇਹ ਦੋਨਾਂ ਦਾ ਮੈਕਸਿਮਮ ਨੰਬਰ ਹੈ। ਓਕੇ। US ਵੀ ਇਸ ਤੋਂ ਇੰਡੀਆ ਤੋਂ ਵੱਧ ਵੀਜ਼ਾਸ ਕਿਸੇ ਨੂੰ ਗ੍ਰਾਂਟ ਨਹੀਂ ਕਰਦਾ, ਔਰ ਇਧਰ ਇੰਡੀਆ ਦੇ ਵਿੱਚ ਵੀ ਕੋਈ ਵੀ ਕੰਟਰੀ US ਤੋਂ ਵੱਧ ਵੀਜ਼ਾਸ ਨਹੀਂ ਦਿੰਦਾ। ਓਕੇ। ਸੋ ਅਗਰ ਇਸ ਅੰਕੜੇ ਦੇ ਹਿਸਾਬ ਨਾਲ ਵੇਖੀਏ ਤੇ ਅਗਰ ਤੁਸੀਂ ਇਹਨੂੰ ਫਾਈਨਲ ਸਮਰਾਈਜ਼ ਕਰੋਗੇ ਤਾਂ ਤੁਸੀਂ ਮੋਟਾ-ਮੋਟਾ ਅੰਦਾਜ਼ਾ ਲਾ ਸਕਦੇ ਹੋ ਕਿ ਲਗਭਗ 1 ਲੱਖ ਵੀਜ਼ਾ US ਅੰਬੈਸੀ, ਇੱਕ ਨਾਨ ਇਮੀਗ੍ਰੈਂਟ ਇਕੱਲਾ ਵੀਜ਼ਾ 1 ਲੱਖ ਵੀਜ਼ਾ 1 ਮਹੀਨੇ ਵਿੱਚ ਦੇ ਦਿੰਦੀ ਹੈ। ਮਾਈ ਗੁੱਡਨੈਸ। ਸੋ ਤੁਸੀਂ ਸੋਚ ਸਕਦੇ ਹੋ ਕਿ ਬਹੁਤ ਵੱਡਾ ਨੰਬਰ ਹੈ, ਬਿਕੋਜ਼ ਸਾਡੇ ਕੋਲ 5 ਲਾਈਕ ਇੱਥੇ ਕੌਂਸੂਲੇਟਸ ਨੇ। ਸੋ ਔਰ ਅਪਾਇੰਟਮੈਂਟਸ ਦੇ ਉੱਪਰ ਵੀ ਬਹੁਤ ਸਾਰੇ ਲਾਈਕ ਐਪਲੀਕੈਂਟਸ ਨੂੰ ਲੱਗਦਾ ਕਿ ਸਾਡੀ ਵਾਰੀ ਪਤਾ ਨਹੀਂ ਕਦੋਂ ਆਏਗੀ, ਵੇਟ ਪੀਰੀਅਡ ਕਿੰਨਾ ਕੁ ਹੋਏਗਾ। ਸੋ ਇਟਸ ਨਾਟ ਕੈਨੇਡਾ ਦੇ ਵਿੱਚ ਅਸੀਂ ਵੇਖਿਆ ਕਿ 2-2 ਸਾਲ ਜਿਹੜੀਆਂ ਤੁਹਾਡੀਆਂ ਲਾਈਕ ਬੈਕਲੌਗ ਚੱਲਿਆ, 18 ਲੱਖ ਐਪਲੀਕੇਸ਼ਨਸ ਜਮ੍ਹਾਂ ਹੋ ਗਈਆਂ ਸੀ, ਔਰ ਫਾਈਨਲੀ ਅੰਬੈਸੀ ਨੂੰ IRCC ਨੂੰ ਇੱਕ ਪ੍ਰੋਗਰਾਮ ਤੈਅ ਕਰਨਾ ਪਿਆ। ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਦੇ ਕਚਹਿਰੀ ਮਤਲਬ ਕਟਹਿਰੇ ਖੜੇ ਕੀਤੇ ਗਏ, ਉਹਨਾਂ ਕੋਲ ਜਵਾਬ ਮੰਗਿਆ ਗਿਆ ਸੰਸਦ ਦੇ ਵਿੱਚ
ਕਿ ਕੈਨੇਡਾ ਦਾ ਤੁਸੀਂ ਨਾਮ ਖਰਾਬ ਹੋ ਰਿਹਾ ਬਿਕਾਜ਼ ਕੈਨੇਡਾ ਦੇ ਬੈਕਲੌਗ ਇੰਨਾ ਹੈ ਔਰ ਕੋਈ ਵੀ ਆਪਣੇ ਪਰਿਵਾਰ ਨੂੰ ਮਿਲਣ ਆਉਣਾ ਚਾਹੁੰਦਾ, ਪੜ੍ਹਾਈ ਕਰਨ ਦਾ ਸੁਪਨਾ ਕਿਸੇ ਦਾ ਸਮੇਂ ਤੇ ਪੂਰਾ ਨਹੀਂ ਹੋ ਰਿਹਾ। ਔਰ ਕੈਨੇਡਾ ਨੇ ਇਮੀਗ੍ਰੇਸ਼ਨ ਮਿਨਿਸਟਰ ਚੇਂਜ ਕੀਤਾ, ਨਾਲ ਦੀ ਨਾਲ ਅਨਾਉਂਸ ਕੀਤਾ 500 ਨਵਾਂ ਬੰਦਾ ਹਾਇਰ ਕੀਤਾ ਉਹਨਾਂ ਨੇ ਇਮੀਗ੍ਰੇਸ਼ਨ ਨੇ ਟੁਕੇ ਪ੍ਰੋਸੈਸ ਕੇਸਿਸ ਕਰਨ ਨੂੰ। ਔਰ ਚਿਨੂਕ ਨਾਂ ਦਾ ਇੱਕ ਸੌਫਟਵੇਅਰ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਦਿੰਦਾ ਹੈ। ਸੋ ਉਹ ਬੇਸਿਕਲੀ ਐਲਗੋਰਿਥਮਸ ਡਿਜ਼ਾਈਨ ਕਰਕੇ ਪ੍ਰਾਇੋਰਟਾਈਜ਼ ਕਰ ਦਿੰਦਾ ਐਪਲੀਕੇਸ਼ਨਸ ਨੂੰ ਜਿਹੜੀਆਂ ਗੁੱਡ ਐਪਲੀਕੇਸ਼ਨਸ ਨੇ। ਸੋ ਵੀਜ਼ਾ ਆਫੀਸਰ ਦਾ ਕੰਮ ਸਾਰੇ ਕਾਫੀ ਸੌਖਾ ਹੋ ਜਾਂਦਾ। ਸੋ ਰੈਂਕਿੰਗ ਕਰ ਦਿੰਦੇ ਆ, ਤੁਸੀਂ ਤਾਂ ਹੀ ਵੇਖਦੇ ਹੋ ਵੀ ਇੱਕ ਪੱਕਾ ਲੋਟ ਦੇ ਫਟਾਫਟ ਵੀਜ਼ੇ ਆ ਗਏ। ਤੀਸਰਾ ਕੰਮ ਉਹਨਾਂ ਨੇ $85 ਮਿਲੀਅਨ ਸਪੈਂਡ ਕੀਤਾ ਹੈ ਇਮੀਗ੍ਰੇਸ਼ਨ ਦਾ ਪ੍ਰੋਸੈਸ ਫਾਸਟ ਕਰਨ ਨੂੰ। ਸੋ ਯੂਐਸ ਵਿੱਚ ਇਦਾਂ ਨਹੀਂ ਹੈ, ਯੂਐਸ ਆਲਰੇਡੀ ਬਹੁਤ ਵੱਡਾ ਇਮੀਗ੍ਰੇਸ਼ਨ ਸੈਕਟਰ ਹੈ। ਸੋ ਯੂਐਸ ਦੇ ਵਿੱਚ ਇਮੀਗ੍ਰੇਸ਼ਨ ਬਹੁਤ ਵੱਡਾ ਡਿਪਾਰਟਮੈਂਟ ਹੈ। ਸੋ ਇਸ ਕਰਕੇ ਇੱਕ ਐਮਬੈਸੀ ਦੇ ਕੋਲ ਇੰਨੀ ਕੈਪੈਸਿਟੀ ਹੈ ਕਿ ਇੱਕੋ ਸਮੇਂ ਦੇ ਉੱਪਰ 20-25 ਕਾਉਂਸਲਰਸ ਬੈਠੇ ਹੁੰਦੇ ਆ। ਔਰ ਜਿੰਨੀ ਵੀ ਅਸੀਂ ਕਿਊਜ਼ ਵੇਖਦੇ ਹਾਂ ਸਭ ਤੋਂ ਵੱਧ ਯੂਐਸ ਐਮਬੈਸੀ ਦੇ ਵਿੱਚ ਹੀ ਅਸੀਂ ਕਿਊਜ਼ ਵੇਖਦੇ ਹਾਂ। ਹਾਲਾਂਕਿ ਅਪਾਇੰਟਮੈਂਟ ਦੀਆਂ ਕਿਊਜ਼ ਨੇ ਇਹ ਉਂਝ ਨਹੀਂ ਕਿ ਸਾਰੇ ਐਮਬੈਸੀ 'ਚ ਪਹੁੰਚ ਗਏ। ਸੋ ਅਪਾਇੰਟਮੈਂਟਸ ਦੇ ਵਿੱਚ ਹੀ ਇੰਨੀ ਕਿਊ ਹੁੰਦੀ ਹੈ। ਔਰ ਤੁਸੀਂ ਕੋਈ ਵੀ ਐਪਲੀਕੈਂਟ ਅਗਰ ਯੂਐਸ ਐਮਬੈਸੀ ਗਿਆ ਹੋਏਗਾ, ਤੁਸੀਂ ਵੇਖੋ ਸਭ ਤੋਂ ਰਸ਼ ਇਸੇ ਐਮਬੈਸੀ ਦੇ ਵਿੱਚ ਹੁੰਦਾ, ਕਿਉਂਕਿ ਮੇਲਾ ਉੱਥੇ ਹੀ ਲੱਗਦਾ ਜਿੱਥੇ ਕੋਈ ਡਿਲੀਵਰ ਹੋ ਰਿਹਾ ਹੈ। ਸੋ ਮੈਕਸਿਮਮ ਐਪਲੀਕੇਸ਼ਨਸ ਇੱਥੇ ਜਾਂਦੀਆਂ ਨੇ ਸਾਡੀਆਂ। ਔਰ ਇਸ ਐਮਬੈਸੀ ਦੀ ਕੈਪੈਸਿਟੀ ਬਹੁਤ ਕੁਇਕ ਆ ਬਿਕਾਜ਼ ਇਹਨਾਂ ਦੀ ਪ੍ਰੋਸੈਸਿੰਗ ਇਨਸਟੈਂਟਲੀ ਆ। ਵੀਜ਼ਾ ਆਫੀਸਰ ਤੁਹਾਨੂੰ ਵੇਖਦੇ ਆ 2 ਮਿੰਟ ਗੱਲਬਾਤ ਕਰਕੇ ਨਾਲ ਦੀ ਨਾਲ ਫੈਸਲਾ ਦੇ ਦਿੰਦਾ ਆ। ਸੋ ਇਹ ਬਹੁਤ ਕੁਇਕ ਪ੍ਰੋਸੈਸ ਆ। ਸੋ ਜਦੋਂ ਸ਼ੁਰੂ ਹੋਏਗਾ ਇਹ ਇੱਕਦਮ ਜਿੰਨੀਆਂ ਵੀ ਐਪਲੀਕੇਸ਼ਨਸ ਕਿਊ ਚ ਹੋਣਗੀਆਂ, ਵੇਟ ਚ ਹੋਣਗੀਆਂ, ਮਿੰਟੋ ਮਿੰਟ ਸਭ ਨੂੰ ਅਬਜ਼ਰਵ ਕਰ ਲੇਗਾ। ਔਰ ਸਾਡੇ ਵਿਊਅਰਸ ਇਸ ਚੀਜ਼ ਨੂੰ ਖਾਸ ਤੌਰ ਤੇ ਧਿਆਨ ਦੇਣ ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਬੈਨੀਫਿਟ ਵਾਸਤੇ ਨੇ। ਤੁਸੀਂ ਇਹਦੇ ਵਿੱਚ ਪੁਆਇੰਟਸ ਲੈ ਕੇ ਜੋ ਤੁਹਾਡੇ ਵਾਸਤੇ ਐਪਲੀਕੇਬਲ ਨੇ ਉਹਨੂੰ ਅਪਲਾਈ ਕਰ ਸਕਦੇ ਹੋ। ਔਰ ਯੂਐਸ ਜਾ ਕੇ ਤੁਸੀਂ ਆਪਣੇ ਜੋ ਵੀ ਸਟੱਡੀਜ਼ ਕੰਪਲੀਟ ਕਰਨਾ ਚਾਹੁੰਦੇ ਹੋ ਜਾਂ ਕੋਈ ਵਰਕ ਵੀਜ਼ਾ ਚਾਹੀਦਾ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਜੋ ਵੀ ਤੁਹਾਡਾ ਡ੍ਰੀਮ ਹੈ, ਤੁਸੀਂ ਉਹਨੂੰ ਫੁੱਲਫਿਲ ਕਰ ਸਕਦੇ ਹੋ। ਸੋ ਅਗਲੀ ਗੱਲ ਇਹ ਹੈ ਕਿ ਬੜੀ ਕਿਉਰਿਓਸਿਟੀ ਪੈਦਾ ਹੁੰਦੀ ਹੈ ਕਿ ਉਹ 2 ਮਿੰਟ ਦੇ ਅੰਦਰ ਕਿਵੇਂ ਡਿਸਾਈਡ ਕਰ ਲੈਂਦੇ ਨੇ ਕਿ ਵੀਜ਼ਾ ਦੇਣਾ ਕਿ ਨਹੀਂ ਦੇਣਾ। ਉਹਨਾਂ ਆਫੀਸਰਸ ਦੇ ਅੰਦਰ ਕੋਈ ਸਕੈਨਿੰਗ ਲੱਗੀ ਹੋਈ ਆ, ਕੀ ਲੱਗਾ ਹੋਇਆ, ਮਤਲਬ ਪੁਆਇੰਟ ਕੀ ਹੁੰਦਾ ਜਿੱਥੋਂ ਫੜਦੇ ਨੇ ਬੰਦੇ ਨੂੰ? ਯੂਐਸ ਐਮਬੈਸੀ ਬਾਕੀ ਸਾਰੇ ਕਾਉਂਸਲੇਟਸ, ਬਾਕੀ ਸਾਰੀਆਂ ਐਮਬੈਸੀਜ਼ ਤੋਂ ਟੋਟਲੀ ਡਿਫਰੈਂਟ ਵਰਕਿੰਗ ਹੈ ਇਹਨਾਂ ਦਾ। ਬਾਕੀ ਸਾਰੀਆਂ ਐਪਲੀਕੇਸ਼ਨਸ ਪੇਪਰ ਬੇਸਡ ਐਪਲੀਕੇਸ਼ਨਸ ਲੈਂਦੀਆਂ ਨੇ ਔਰ ਤੁਹਾਨੂੰ ਹਾਰਡਲੀ ਪੁੱਛਿਆ ਹੀ ਜਾਂਦਾ, ਮਤਲਬ ਤੁਹਾਡੀ ਵਾਰੀ ਨਹੀਂ ਆਉਂਦੀ ਕਿ ਤੁਹਾਨੂੰ ਕੋਈ ਇੰਟਰਵਿਊ ਕਰੇ, ਤੁਹਾਡੇ ਕੋਈ ਪੁੱਛੇ। ਸਪੋਜ਼ ਕਰੋ ਤੁਹਾਡੀ ਐਪਲੀਕੇਸ਼ਨ ਸਮਥਿੰਗ ਇਜ਼ ਰੋਂਗ, ਸਮਥਿੰਗ ਇਜ਼ ਫਿਸ਼ੀ। ਸੋ ਵੀਜ਼ਾ ਆਫੀਸਰ ਬਾਕੀ ਐਮਬੈਸੀਜ਼ ਦੇ ਕੀ ਕਰਦੇ, ਇਮੀਡੀਏਟਲੀ ਡਿਸੀਜਨ ਲੈ ਕੇ ਦੇ ਟਰਨ ਇਟ ਡਾਊਨ ਕਿ ਕੇਸ ਖਾਰਜ ਕਰਤਾ, ਕੇਸ ਖਾਰਜ ਕਰਤਾ, ਵੀਜ਼ਾ ਡਿਨਾਈ ਕਰਤਾ। ਸੋ ਯੂਐਸ ਦੇ ਵਿੱਚ ਜੋ ਕੁਝ ਹੈਗਾ ਤੁਹਾਡੇ ਸਾਹਮਣੇ ਆ। ਸੋ ਵੀਜ਼ਾ ਆਫੀਸਰ ਇਜ਼ ਟਾਕਿੰਗ ਟੂ ਯੂ। ਉਹ ਅਗਰ ਤੁਹਾਡੇ ਕੋਲ ਇੱਥੇ ਕੋਈ ਕਮੀ ਪੇਸ਼ੀ ਹੈ ਉਹ ਇਮੀਡੀਏਟਲੀ ਤੁਹਾਡੇ ਕੋਲ ਪੁੱਛ ਸਕਦਾ ਹੈ ਔਰ ਤੁਸੀਂ ਉਹਦਾ ਜਵਾਬ ਦੇ ਸਕਦੇ ਹੋ ਅਗਰ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਹੈ। ਸੋ ਅਸੀਂ ਇਹਨੂੰ ਸਭ ਤੋਂ ਸੌਖੇ ਵੀਜ਼ਾ ਜੋ ਕਹਿੰਦੇ ਆ ਬਿਕਾਜ਼ ਇਹ ਵੀਜ਼ਾ ਗੱਲਾਂ ਬਾਤੀਆਂ, ਤੁਸੀਂ ਗੱਲਬਾਤ ਕਰਕੇ ਵੀਜ਼ਾ ਲੈਣਾ ਹੈ। ਔਰ ਇਹਦੇ ਵਿੱਚ ਬਹੁਤ ਜ਼ਿਆਦਾ ਰੋਲ, ਜਿੱਦਾਂ ਅਸੀਂ ਪੇਪਰ ਲੈ ਕੇ ਥੱਬਾ ਲੈ ਕੇ ਜਾਂਦੇ, ਉਹਨਾਂ ਦਾ ਰੋਲ ਨਹੀਂ ਹੈਗਾ। ਸੋ ਅਸੀਂ ਐਪਲੀਕੈਂਟਸ ਨੂੰ ਕਹਿੰਦੇ ਹੁੰਦੇ ਕਿ ਤੁਸੀਂ ਐਮਬੈਸੀ ਜਾਓਗੇ ਤੇ ਤੁਹਾਡੇ ਕਾਗਜ਼ਾਂ ਦਾ ਖਰਚਾ ਨਹੀਂ ਆਉਂਦਾ। ਬਹੁਤ ਸਾਰੀ ਸੀਏ ਰਿਪੋਰਟਸ, ਵੈਲਿਊਏਸ਼ਨਸ ਜੇ ਉਹ ਇਸ ਐਮਬੈਸੀ 'ਚ ਨਹੀਂ ਲੱਗਦੀਆਂ। ਈਵਨ ਜਿਹੜੇ ਸੈਲਰੀਡ ਲੋਕ ਨੇ ਉਹਨਾਂ ਨੂੰ ਕੋਈ ਐਨਓਸੀ ਜਾਂ ਲੀਵ ਨਹੀਂ ਲੈਣੀ ਪੈਂਦੀ ਬਿਕਾਜ਼ ਹਰ ਮਹਿਕਮੇ ਦੇ ਵਿੱਚ, ਇੰਡੀਅਨ ਰੇਲਵੇਜ਼ ਵਿੱਚ ਤੁਸੀਂ ਇੰਪਲੋਇਡ ਹੋ, ਸੋ ਆਰਮੀ 'ਚ ਇੰਪਲੋਇਡ ਹੋ, ਸੋ ਐਨਓਸੀਜ਼, ਪੁਲਿਸ 'ਚ ਇੰਪਲੋਇਡ ਹੋ। ਸੋ ਤੁਹਾਨੂੰ ਐਨਓਸੀਜ਼ ਲੈਣਾ ਬਹੁਤ ਤਗੜਾ ਚੈਲੰਜ ਹੁੰਦਾ ਹੈ। ਐਨਓਸੀ ਦੇ ਨਾਲ ਛੁੱਟੀ ਲੈਣੀ ਮਤਲਬ ਨੈਕਸਟ ਟੂ ਇੰਪੋਸੀਬਲ, ਔਰ ਤੁਹਾਡੇ ਕੋਲ ਤਾਂ ਬਹੁਤ ਸਮਾਂ ਲੱਗਦਾ ਹੈ। ਸੋ ਇਸ ਐਮਬੈਸੀ ਤੁਹਾਨੂੰ ਅਪਲਾਈ ਕਰਨ ਲੱਗਿਆ ਨਹੀਂ ਕੁਝ ਵੀ ਚਾਹੀਦਾ। ਤੁਸੀਂ ਜਦੋਂ ਟਰੈਵਲ ਕਰਨਾ ਉਦੋਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਜਾ ਸਕਦੇ ਹੋ। ਸੋ ਫਾਰਮੈਲਿਟੀਜ਼ ਬਹੁਤ ਘੱਟ ਨੇ। ਹੁਣ ਫਾਈਨਲ ਗੱਲ ਹੈ ਕਿ ਵੀਜ਼ਾ ਆਫੀਸਰ ਡਿਸਾਈਡ ਕਿੱਦਾਂ ਕਰਦਾ ਸੋ ਵੀਜ਼ਾ ਆਫੀਸਰ ਬੇਸਿਕਲੀ ਤੁਹਾਡੇ ਤੋਂ ਜੱਜ ਕਰਦਾ ਹੈ। ਸੋ ਅਗਰ ਜਦੋਂ ਤੁਸੀਂ ਐਪਲੀਕੈਂਟ ਐਜ਼ ਅ ਐਪਲੀਕੈਂਟ ਬੋਲਦੇ ਹੋ, ਸੋ ਜਿਹੜੀ ਗੱਲ ਤੁਹਾਡੀ ਜ਼ੁਬਾਨ ਚੋਂ ਬਾਹਰ ਡਿੱਗਦੀ ਆ, ਸੋ ਅਗਰ ਤੁਹਾਡੇ ਚਿਹਰੇ ਦੇ ਹਾਵ ਭਾਵ, ਤੁਹਾਡੀ ਬਾਡੀ ਲੈਂਗੁਏਜ, ਤੁਹਾਡਾ ਸਰੀਰ, ਤੁਹਾਡੀ ਆਤਮਾ ਅਗਰ ਇਹਨੂੰ ਪਿੱਛੋਂ ਸਪੋਰਟ ਕਰਦੀ ਆ ਤਾਂ ਉਹ ਗੱਲ ਸੱਚ ਜਾਪਦੀ ਹੈ। ਸੋ ਅਗਰ ਤੁਸੀਂ ਬੋਲ ਕੁਛ ਰਹੇ ਹੋ ਔਰ ਤੁਹਾਡੀ ਬਾਡੀ ਲੈਂਗੁਏਜ ਨਾਲ ਰਿਦਮ 'ਚ ਨਹੀਂ ਹੈਗੀ, ਸੋ ਉਹ ਗੱਲ ਝੂਠ ਜਾਪਦੀ ਹੈ। ਸੋ ਵੀਜ਼ਾ ਆਫੀਸਰਸ ਯੈਸ, ਉਹ ਕੋਈ ਬਾਬੇ ਵਾਂਗੂ ਨਹੀਂ ਹੈਗਾ ਕਿ ਕਿਸੇ ਤੇ ਕਿਰਪਾ ਕੀਤੀ ਕਿਸੇ ਤੇ ਨਹੀਂ ਕੀਤੀ। ਸੋ ਵੀਜ਼ਾ ਆਫੀਸਰ ਦੇ ਆਰ ਟ੍ਰੇਨਡ ਪ੍ਰੋਫੈਸ਼ਨਲਸ ਜਿਨ੍ਹਾਂ ਨੂੰ ਇਹ ਸਮਝ ਲੱਗਦੀ ਹੈ ਕਿ ਤੁਸੀਂ ਸੱਚ ਬੋਲ ਰਹੇ ਹੋ ਕਿ ਝੂਠ ਬੋਲ ਰਹੇ ਹੋ। ਸੋ ਤੁਸੀਂ ਜਦੋਂ ਵੀ ਜਾਣਾ ਪ੍ਰਿਪੇਅਰ ਹੋ ਕੇ ਜਾਣਾ ਹੈ ਔਰ ਜਿੰਨਾ ਸੱਚ ਦੇ ਨੇੜੇ ਰਹਿ ਸਕੋ ਉਨੀ ਐਪਲੀਕੇਸ਼ਨ ਲਾਉਣੀ ਹੈ। ਸੋ ਬਹੁਤ ਤਰ੍ਹਾਂ ਦੇ ਝੂਠ ਜਿਹੜੇ ਤੁਸੀਂ ਮੈਨੂਪੂਲੇਸ਼ਨਸ ਕਰਦੇ ਹੋ, ਇਸ ਐਮਬੈਸੀ 'ਚ ਉਹਨਾਂ ਦੀ ਲੋੜ ਨਹੀਂ ਹੁੰਦੀ, ਉਹਨਾਂ ਦੀ ਥਾਂ ਨਹੀਂ ਹੁੰਦੀ। ਸੋ ਜਿੰਨੀ ਕਲੈਰਿਟੀ ਹੋਏਗੀ ਬਿਕਾਜ਼ ਜਿੰਨਾ ਤੁਸੀਂ ਸੁਲਝਿਆ ਸੋਚ ਸਕਦੇ ਹੋ। So clarity of thought, it leads to clarity of expressions. So ਅਗਰ ਤੁਹਾਡੇ ਮਨ ਦੇ ਵਿੱਚ ਕਲੈਰਿਟੀ ਹੈਗੀ ਆ, ਤੁਹਾਨੂੰ ਪ੍ਰੋਸੈਸ ਬਹੁਤ ਕਲੀਅਰ ਹੈ, ਤੇ ਤੁਹਾਨੂੰ ਵੀਜ਼ਾ ਲੈਣਾ ਕੋਈ ਚੈਲੰਜ ਨਹੀਂ ਹੈਗਾ। ਵੀਜ਼ਾ ਲੈਣਾ ਬਹੁਤ ਸੌਖਾ ਹੈ। ਸੋ ਬਹੁਤ ਸਾਰੇ ਐਪਲੀਕੈਂਟਸ ਅਸੀਂ ਰੀਫਾਈਲ ਕਰਦੇ ਹਾਂ। ਸਾਡੇ ਕੋਲ ਬਹੁਤ ਐਪਲੀਕੇਸ਼ਨਸ ਆਲਰੇਡੀ ਰਿਫਿਊਜ਼ ਕੇਸਿਸ ਹੁੰਦੀਆਂ, ਕੋਈ 7 ਵਾਰੀ 6 ਵਾਰੀ 5 ਵਾਰੀ 4 ਵਾਰੀ ਮਲਟੀਪਲ ਰਿਫਿਊਜ਼ਲ ਤੋਂ ਬਾਅਦ ਅਸੀਂ ਵੀਜ਼ਾ ਲੈਂਦੇ ਹਾਂ। ਔਰ ਉਹਦਾ ਕਾਰਨ ਇਹੀ ਹੈ
ਕਿ ਅਸੀਂ ਜਿਹੜਾ ਐਪਲੀਕੈਂਟ ਆ ਸਭ ਤੋਂ ਪਹਿਲਾਂ ਉਹਨੂੰ ਉਹਦੀ ਗੱਲ ਤੇ ਯਕੀਨ ਕਰਨਾ ਸਿਖਾਉਂਦੇ ਆ। ਓਕੇ, ਰੀਸੈਂਟ ਐਪਲੀਕੇਸ਼ਨ ਲਾਈਕ ਆਈ ਹੈਡ ਵਨ ਗਰਲ BAMS ਕੀਤੀ ਹੋਈ ਐਂਡ ਸ਼ੀ ਵਾਸ ਰਿਫਿਊਜ਼ ਟਵਾਈਸ ਐਂਡ ਐਮਬੈਸੀ ਗਈ ਐਂਡ ਲਾਈਕ 32 ਸਾਲ ਦੀ ਏਜ ਸੀ ਸਟੂਡੈਂਟ ਦੀ 32 ਈਅਰ 올ਡ ਜੀ ਐਂਡ ਐਮਬੈਸੀ ਨੇ ਕੋਈ ਸਵਾਲ ਕੀਤੇ ਐਂਡ ਸ਼ੀ ਵਾਸ ਡਿਨਾਈਡ ਅਗੇਨ ਗਈ ਅਗੇਨ ਡਿਨਾਈਡ। ਹਾਂ ਫਾਈਨਲੀ ਇਟ ਕੇਮ ਟੂ ਮੀ ਔਰ ਉਹਦਾ ਪ੍ਰੋਗਰਾਮ ਅਗਲਾ ਮੈਚ ਨਹੀਂ ਕਰਦਾ ਸੀ। BAMS ਸੀ ਮੈਨੂੰ ਆਈ ਸੈਡ ਕਿ ਲਾਈਕ ਗਾਇਨੋਕੋਲੋਜਿਸਟ ਸੀ ਲੜਕੀ। ਅੱਛਾ ਓਕੇ, what do you do? she said I'm a gynae and ਕੀਤਾ ਕੀ ਹੋਇਆ? ਮੈਂ BAMS ਕੀਤੀ ਐਂਡ ਨੈਕਸਟ ਕੁਐਸਚਨ ਸੀ ਸਰ ਵੈਸੇ US ਇਹਨੂੰ ਮੰਨਦਾ ਹੈ? ਸੋ ਇਟ ਮੀਨਸ ਤੁਸੀਂ ਐਜ਼ ਅ ਐਪਲੀਕੈਂਟ ਖੁਦ ਡਾਊਟ ਚੋ ਖੁਦ ਡਾਊਟ ਚ ਤੁਸੀਂ ਜੇ ਅਸੀਂ ਆਪਣੇ ਆਪ ਨੂੰ ਨਹੀਂ ਮਨਾ ਸਕਦੇ ਕਿਸੇ ਨੂੰ ਕਿੱਦਾਂ ਮਨਾ ਲਾਂਗੇ? ਡੈਫੀਨਿਟਲੀ। ਔਰ ਯੈਸ ਅਸੀਂ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੇ ਉੱਪਰ ਹੀ ਕੰਮ ਕੀਤਾ। ਸ਼ੀ ਹੈਡ 3 ਇਅਰਸ ਡਾਟਰ ਆਲਸੋ। ਓਕੇ, ਐਂਡ ਸੈਕੰਡ ਕੁਐਸਚਨ ਵਾਸ ਕਿ ਮੈਂ ਉਹ ਕੁੜੀ ਕੁੱਛੜ ਚੱਕ ਕੇ ਪੜੂੰਗੀ ਕਿੱਦਾਂ? ਪ੍ਰੈਕਟੀਕਲ ਪ੍ਰੋਬਲਮ ਹੈ, ਰਾਈਟ। ਸੋ ਇਹੀ ਦੋ ਰੀਜ਼ਨ ਸੀਗੇ ਜਿਨ੍ਹਾਂ ਕਰਕੇ ਐਪਲੀਕੇਸ਼ਨ ਡਿਨਾਈ ਹੋ ਰਹੀ ਸੀਗੀ। ਖੈਰ ਬਹੁਤ ਸਾਰੀਆਂ ਹੋਰ ਇਹਦੇ ਚ ਕਮੀਆਂ ਪੇਸ਼ੀਆਂ ਸੀ। ਸੋ ਮੋٹے-ਮੋٹے ਦੋ ਰੀਜ਼ਨ ਸੀ ਜਿਨ੍ਹਾਂ ਤੇ ਉੱਤੇ ਸਾਨੂੰ ਕੰਮ ਕਰਨਾ ਸੀਗਾ। ਐਂਡ ਆਈ ਟੋਲਡ ਹਰ ਕਿ BAMS ਨੂੰ ਹੁਣ ਗਵਰਨਮੈਂਟ ਨੇ ਰੈਕੋਗਨਾਈਜ਼ ਕਰਕੇ ਤੇ ਸਰਜਨਸ ਦੀ ਤੁਹਾਨੂੰ ਸਰਜਰੀਜ਼ ਤੱਕ ਕਰਨੀਆਂ ਅਲਾਉ ਕਰਤੀਆਂ ਆ। ਰਾਈਟ। ਸੋ ਤੁਸੀਂ ਯੂ ਆਰ ਇਕੁਅਲ ਟੂ ਡਾਕਟਰਸ। ਇਹ ਹੋਊਗਾ ਤਾਂ ਇਫ ਯੂ ਸਟਾਰਟ ਬਿਲੀਵਿੰਗ ਇਟ, ਰਾਈਟ। ਨੈਕਸਟ ਪ੍ਰੋਗਰਾਮ ਸੀਗਾ ਪਬਲਿਕ ਐਡਮਿਨਿਸਟ੍ਰੇਸ਼ਨ। ਸੋ ਹੁਣ ਇਸੇ ਪ੍ਰੋਗਰਾਮ ਨਾਲ ਅਗਲਾ ਪ੍ਰੋਗਰਾਮ ਬਿਲਕੁਲ ਮੈਚ ਨਹੀਂ ਕਰਦਾ। ਸੋ ਅਸੀਂ ਇੱਕ ਹੈਲਥ ਕੇਅਰ ਦਾ ਮੈਨੇਜਮੈਂਟ ਦਾ ਕੁਝ ਫਾਰਮੂਲਾ ਦਿੱਤਾ ਐਂਡ ਫਾਈਨਲੀ ਦ ਡਾਟਰ ਲਾਈਕ ਅਗੇਨ ਸ਼ੀ ਵਾਸ ਕਨਫਿਊਜ਼ ਕਿ ਡਾਟਰ ਨੂੰ ਨਾਲ ਕਿੱਦਾਂ ਲੈ ਕੇ ਜਾਣਾ। ਸੋ ਡਾਟਰ ਦੀ ਵੀ ਅਗਰ ਤੁਹਾਡਾ ਕੋ ਐਪਲੀਕੈਂਟ ਆ, ਤੁਹਾਡਾ ਕੋਈ ਸਪਾਊਸ ਆ, ਚਾਈਲਡ ਆ, ਉਹਦਾ ਨਾਲ ਵੀਜ਼ਾ ਅਪਲਾਈ ਹੁੰਦਾ ਹੈ। ਉਸ ਕੇਸ ਦੇ ਵਿੱਚ ਤੁਹਾਨੂੰ ਯੂਨੀਵਰਸਿਟੀ ਤੋਂ ਹੀ I-20 ਆਉਂਦੀ ਹੈ। ਯੈਸ। ਸੋ ਉਹਦੀ ਬੱਚੇ ਦੀ ਵੀ ਐਡਮਿਸ਼ਨ ਦੀ ਉਹ ਲੈਟਰ ਆਉਂਦੀ ਹੈ ਔਰ ਯੂਨੀਵਰਸਿਟੀ ਦੇ ਵਿੱਚ ਕ੍ਰੈਚ ਹੁੰਦੀ ਹੈ। ਸਟੂਡੈਂਟ ਦੀ ਸਿਰਫ 2 ਦਿਨ ਕਲਾਸ ਹੈ, ਰਾਈਟ। ਐਂਡ ਆਈ ਟੋਲਡ ਹਰ ਕਿ ਯੂ ਆਰ ਆਲਰੇਡੀ ਵਰਕਿੰਗ, ਸ਼ੀ ਇਜ਼ ਯੂਰ ਪਾਰਟ ਐਂਡ ਪਾਰਸਲ ਆਫ ਯੂਰ ਬਾਡੀ, ਕਿ ਤੇਰਾ ਹੀ ਹਿੱਸਾ ਆ, ਵੱਖਰਾ ਨਹੀਂ ਹੈ ਕੁਝ ਵੀ। ਸੋ ਯਕੀਨ ਮੰਨੋ ਨੈਕਸਟ ਐਪਲੀਕੇਸ਼ਨ ਚ ਉਹਨੂੰ ਸਿਰਫ 2 ਮਿੰਟ ਲੱਗੇ। ਓ ਗॉड। ਕਹਾਣੀ ਕੀ ਸੀ? ਉਹ ਕਲੈਰਿਟੀ ਵਾਲੀ ਕਹਾਣੀ। ਅਗਰ ਤੁਸੀਂ ਇੱਥੇ ਕਲੈਰਿਟੀ ਹੈਗੀ, ਇੱਥੇ ਆਪਣੇ ਆਪ ਆ ਜਾਏਗੀ। ਅਗਰ ਇੱਥੇ ਗੁੰਝਲ ਫਸੀ ਆ, ਉਹ ਗੁੰਝਲ ਦੇ ਰੂਪ ਚ ਹੀ ਬਾਹਰ ਆਊਗਾ ਤੇ ਫਿਰ ਵੀਜ਼ਾ ਆਫਿਸਰ ਤੁਹਾਨੂੰ ਦੜਾ ਕੇ ਭਜਾਏਗਾ। ਰਾਈਟ। ਮੈਂ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਕਿ ਜੇ ਆਪਾਂ ਇਹਨੂੰ ਕਹੀਏ ਕਿ ਪਰਸਨੈਲਿਟੀ ਟੈਸਟ ਹੋ ਰਿਹਾ ਤੁਹਾਡਾ ਕਾਈਂਡ ਆਫ, ਬਿਕਾਜ਼ ਅਸਲ ਜਿਹੜੀ ਚੀਜ਼ ਤੁਸੀਂ ਦੱਸਣ ਜਾ ਰਹੇ ਹੋ, ਬਿਕਾਜ਼ ਜੇ ਤੈਨੂੰ ਪਰਪਸ ਨਹੀਂ ਪਤਾ ਆਪਣਾ, ਬਿਕਾਜ਼ ਮੰਨਿਆ ਜਾਂਦਾ ਕਿ ਤੁਸੀਂ 7 ਸਮੁੰਦਰ ਪਾਰ ਕਰਕੇ ਤੁਸੀਂ ਲੱਖਾਂ ਡਾਲਰ ਦੀ ਫੀਸ ਭਰ ਕੇ ਔਰ ਇਹ ਵਾਪਸ ਤੁਹਾਡੇ ਕੋਲ ਕਰੀਅਰ 'ਚ ਵਾਪਸ ਕਿੱਦਾਂ ਆਉਣੇ ਜੇ ਤੁਹਾਡੇ ਕੋਲ ਰਿਕਵਰੀ ਦਾ ਮਾਡਲ ਨਹੀਂ। ਅਸੀਂ ਇਹਨੂੰ ROI ਬੋਲਦੇ, ਰਿਟਰਨ ਔਨ ਇਨਵੈਸਟਮੈਂਟ, ਕਿ ਸਟੂਡੈਂਟਸ ਨੂੰ ਇਹਦੀ ਕਲੈਰਿਟੀ ਨਹੀਂ ਹੁੰਦੀ। ਸੋ ਬਹੁਤ ਸਾਰੇ ਸਟੂਡੈਂਟਸ ਇਸੇ ਗੱਲ ਤੋਂ ਫੇਲ ਹੁੰਦੇ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਆ ਕੇ ਕਰੋਗੇ ਕੀ। ਔਰ ਆ ਕੇ ਬੱਚੇ ਰਟਾਇਆ ਵੈਬ ਵਾਲਾ ਜਵਾਬ ਦੇਣਗੇ ਆਈ ਵਿਲ ਸਟਾਰਟ ਵਰਕਿੰਗ ਇਨ MNC। ਔਰ ਮੈਂ ਪੁੱਛੂੰਗਾ ਭਾਜੀ ਇੱਕ ਡਿਗਰੀ ਕਰਨੀ ਹੈ, ਕਰੋੜ ਰੁਪਇਆ ਲੱਗਣਾ, ਰਾਈਟ। ਸੋ $25,000 ਰਾਈਟ ਫੀਸ ਹੈ। ਸੋ ਲੱਖ ਡਾਲਰ ਦੀ ਤੁਹਾਡੀ ਫੀਸ ਲੱਗ ਰਹੀ, ਲਿਵਿੰਗ ਐਕਸਪੈਂਸਿਸ ਲਾ ਕੇ ਕਰੋੜ ਦੇ ਕਰੀਬ ਪਹੁੰਚਦੇ ਹੋ। ਸੋ ਕਰੋੜ ਰੁਪਇਆ ਲਾ ਕੇ ਵਟੋਗੇ ਕਿੱਦਾਂ? ਸਟਾਰਟ ਜੌਬ ਇਨ MNC ਕਿੰਨੇ ਪੈਸੇ ਦੇਗੀ? 50,000 ਰੁਪਇਆ, ਲੱਖ ਰੁਪਇਆ ਕਦੋਂ ਪੂਰੇ ਹੋਣਗੇ? 100 ਮਹੀਨਿਆਂ ਚ ਤਾਂ ਲਾਇਆ ਪਿਆ ਪੈਸਾ ਪੂਰਾ ਹੋ ਰਿਹਾ। ਓ ਗॉड, ਇਟਸ ਟੂ ਲੌਂਗ। ਸੋ ਅਲਟੀਮੇਟਲੀ ਤੁਹਾਡੀ ਕਲੈਰਿਟੀ ਨਹੀਂ ਹੈਗੀ ਸਟੂਡੈਂਟ ਦੀ। ਸੋ ਅਗਰ ਕਲੀਅਰ ਹੋਵੋਗੇ ਵੀਜ਼ਾ ਬਹੁਤ ਸੌਖੇ ਨੇ। ਸਿਰਫ ਕਹਾਣੀ ਹੈ ਕਿ ਬਿਕਾਜ਼ ਐਜ਼ ਅ ਐਪਲੀਕੈਂਟਸ ਇਹ ਤੁਹਾਡੀ ਦੁਨੀਆ ਨਹੀਂ ਹੈਗੀ। ਤੁਸੀਂ ਜੋ ਕੰਮ ਕਰਦੇ ਹੋ ਤੁਸੀਂ ਉਹਦੇ ਚ ਮਾਹਰ ਹੋ। ਸੋ ਇਸ ਕਰਕੇ ਅਗਰ ਅਸੀਂ ਸੋਚਦੇ ਹਾਂ ਕਿ ਜਸਟ ਪੇਪਰ ਫਾਈਲਿੰਗ ਹੈ, ਅੱਖਰ ਭਰਨੇ ਤੇ ਕੰਮ ਨਿਬੜ ਜਾਣਾ, ਇਹ ਇਦਾਂ ਨਹੀਂ ਹੈ। ਬਿਕਾਜ਼ ਵੀ ਸਪੈਂਟ ਲਾਈਫ, ਮੈਨੂੰ 22-23 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ। ਸੋ ਅਸੀਂ ਐਪਲੀਕੇਸ਼ਨਸ ਤੇ ਕੰਮ ਕਰਦੇ ਹਾਂ, ਜਿੱਥੋਂ ਐਪਲੀਕੇਸ਼ਨਸ ਦੇ ਵਿੱਚੋਂ ਕਮੀਆਂ ਨੇ ਸਾਨੂੰ ਕਲੀਅਰਲੀ ਦਿਸ ਜਾਂਦੀਆਂ। ਸੋ ਸਾਡਾ ਬਿਹੇਵੀਅਰ ਵੀਜ਼ਾ ਆਫੀਸਰ ਵਾਲਾ ਹੁੰਦਾ ਕਿ ਸਾਨੂੰ ਪਹਿਲਾਂ ਦਿਸ ਜਾਂਦਾ ਕਿ ਕਿਹੜੀ ਤੁਹਾਡੀ ਸਟਰੈਂਥ ਹੈ, ਕਿਹੜੀ ਵੀਕਨੈਸ ਹੈ, ਔਰ ਤੁਹਾਡੀ ਸਟਰੈਂਥ ਨੂੰ ਅਸੀਂ ਯੂਜ਼ ਕਿੱਦਾਂ ਕਰਨਾ ਔਰ ਵੀਕਨੈਸ ਨੂੰ ਲੁਕਾਉਣਾ ਕਿੱਦਾਂ ਹੈ। ਜਿਸ ਤਰ੍ਹਾਂ ਫਿਲਮ ਵਰਡ ਚ ਕਹਿੰਦੇ ਨੇ ਨਾ ਕਿ ਤੁਸੀਂ ਕੋਈ ਫਿਲਮ ਬਣਾਉਣਾ ਚਾਹੁੰਦੇ ਹੋ, ਤੁਹਾਡੀ ਇੱਕ ਸਟੋਰੀ ਆ, ਜਦੋਂ ਤੱਕ ਤੁਸੀਂ ਖੁਦ ਆਪਣੀ ਸਟੋਰੀ 'ਚ ਬਿਲੀਵ ਨਹੀਂ ਕਰਦੇ, ਵਿਸ਼ਵਾਸ ਨਹੀਂ ਕਰਦੇ, ਤੇ ਜਨਤਾ ਵਿਸ਼ਵਾਸ ਨਹੀਂ ਕਰੇਗੀ, ਤੁਹਾਡੀ ਫਿਲਮ ਨੂੰ ਫੇਕ ਸਮਝੇਗੀ। ਬਿਲਕੁਲ, ਇਹ ਬਿਲੀਫ ਦੀ ਕਹਾਣੀ ਹੈ ਸਾਰੀ। ਬਿਲੀਫ ਦੀ ਕਹਾਣੀ ਹੈ। ਇਟਸ ਦ ਕਾਈਂਡ ਆਫ ਪਰਸੈਪਸ਼ਨ। ਜਦੋਂ ਦੀ ਤੁਹਾਡੀ ਪਰਸੈਪਸ਼ਨ ਬਣ ਗਈ, ਉਹਨੇ ਵੀਜ਼ਾ ਆਫਿਸਰ ਨੇ ਦੇਖ ਲੈਣਾ ਔਰ ਉਹ ਬਿਲੀਫ ਹੋ ਗਈ, ਤੁਸੀਂ ਯੂ ਆਰ ਥਰੂ। ਮੋਰ ਓਵਰ ਵੀਜ਼ਾ ਆਫਿਸਰ ਇਜ਼ ਅ ਸੈਲਰੀਡ ਗਾਏ, ਉਹਨੂੰ ਜੌਬ ਦੀ ਤਨਖਾਹ ਮਿਲਦੀ ਹੈ। ਸਾਨੂੰ ਉਹਦਾ ਜੌਬ ਦਾ ਤਰੀਕਾ ਨਹੀਂ ਪਤਾ। ਪ੍ਰੋਬਲਮ ਇਹ ਹੈ, ਅਸੀਂ ਉਹਨੂੰ ਸਮਝਿਆ ਵੀ ਇਹ ਲੜਕੇ ਆਇਆ, ਇਹਨੇ ਵੀਜ਼ਾ ਨਹੀਂ ਦੇਣਾ, ਇਹਦਾ ਕੋਈ ਹੋਰ ਹੀ ਹਿਸਾਬ ਹੈ। ਸੋ ਅੱਜ ਖੁਸ਼ ਨਹੀਂ, ਇਹ ਜ਼ਿਆਦਾ ਖੁਸ਼ ਸੀ। ਸੋ ਅਸੀਂ ਉਹਦੀ ਅਜ਼ੰਪਸ਼ਨਸ ਵੇਖਦੇ ਹਾਂ। ਬਹੁਤ ਸਾਰੇ ਐਪਲੀਕੈਂਟ ਸੋਚਦੇ ਨੇ ਕਿ ਅਸੀਂ ਅੰਦਰ ਜਾ ਰਹੇ ਹਾਂ, ਸਾਡੇ ਕੇਸ ਦੇ ਉੱਪਰ ਅੰਦਰ ਸਟੱਡੀ ਹੋ ਰਹੀ, ਵਰਕ ਹੋ ਰਿਹਾ, ਔਰ ਉਹ ਪਹਿਲਾਂ ਕੱਢ ਕੇ ਬੈਠੇ ਨੇ ਕਿ ਕਿਹਨੂੰ ਵੀਜ਼ਾ ਦੇਣਾ, ਕਿਹਨੂੰ ਨਹੀਂ ਦੇਣਾ। ਕੁਛ ਨਹੀਂ ਇਦਾਂ ਦਾ ਹੈਗਾ। ਇਮੀਡੀਏਟਲੀ ਰਾਈਟ ਔਨ ਦਾ ਸਪੌਟ ਡਿਸੀਜਨ ਲਿਆ ਜਾਂਦਾ ਔਰ ਉਸੇ ਟਾਈਮ ਤੁਹਾਡੀ ਐਪਲੀਕੇਸ਼ਨ ਨੂੰ ਹੱਥ ਲਾਇਆ ਜਾਂਦਾ। ਓਕੇ, ਸੋ US ਦੀ ਆਪਾਂ ਗੱਲ ਕਰ ਰਹੇ ਹਾਂ, ਹੋਰ ਵੀ ਕੰਟਰੀਜ਼ ਦੀ ਆਪਾਂ ਗੱਲ ਕਰ ਰਹੇ ਹਾਂ। ਇਸ ਵਕਤ ਕਰੰਟ ਸਿਚੁਏਸ਼ਨ ਕੀ ਹੈ? ਹੋਰ ਕਿਹੜੀ ਕੰਟਰੀਜ਼ ਨੇ ਜਿੱਥੇ ਸਾਡੇ
ਇੰਡੀਅਨਸ ਜਾ ਸਕਦੇ ਨੇ, ਪੰਜਾਬੀਜ਼ ਜਾ ਸਕਦੇ ਨੇ? ਕੈਨੇਡਾ ਸਾਰੀਆਂ ਐਪਲੀਕੇਸ਼ਨਸ ਓਪਨ ਨੇ, ਟੂਰਿਸਟ ਓਪਨ ਨੇ, ਸਟੂਡੈਂਟਸ ਓਪਨ ਹੈ, ਯੂਕੇ ਸੇਮ ਸਟੂਡੈਂਟ ਟੂਰਿਸਟ ਓਪਨ ਨੇ, ਆਸਟ੍ਰੇਲੀਆ ਦੋਨੋਂ ਐਪਲੀਕੇਸ਼ਨਸ ਓਪਨ ਨੇ। ਓਕੇ, ਸੋ ਇਹ ਸਾਰੀਆਂ ਬੰਚ ਆਫ ਕੰਟਰੀਜ਼ ਆ ਜਿੱਥੇ ਸਾਡੇ ਸਟੂਡੈਂਟਸ ਦੀਆਂ ਪਸੰਦ ਮਤਲਬ ਬਿਹਤਰ ਪਸੰਦ ਆ। ਸਭ ਤੋਂ ਵੱਧ ਸਾਡੇ ਸਟੂਡੈਂਟਸ ਇਹੀ ਮੁਲਕਾਂ ਦਾ ਰੁਖ ਕਰਦੇ ਨੇ, ਯੂਐਸ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਹਾਲੇ ਥੋੜਾ ਬਹੁਤ ਸਮਾਂ ਲੈ ਰਿਹਾ, ਇੰਗਲੈਂਡ ਹੈ, ਜਰਮਨੀ ਹੈਜ਼ ਸਟਾਰਟਡ, ਕੋਈ ਯੂਰਪੀਅਨ ਕੰਟਰੀਜ਼ ਸ਼ੁਰੂ ਹੋ ਗਏ ਨੇ। Sure. ਔਰ ਇਸ ਟਾਈਮ ਯੂਕੇ ਵੀਜ਼ਾ ਬਹੁਤ ਆਟੋਮੇਸ਼ਨ ਦੇ ਉੱਪਰ ਆ। ਓਕੇ, ਸਟੂਡੈਂਟਸ ਦਾ ਯੂਕੇ ਵੀਜ਼ਾ ਇਸ ਟਾਈਮ ਰਿਫਿਊਜ਼ ਨਹੀਂ ਹੋ ਰਿਹਾ। ਸੋ ਅਗਰ ਸਟੂਡੈਂਟਸ ਯੂਕੇ ਜਾਣਾ ਚਾਹੁੰਦੇ ਆ, ਸੋ ਤੁਹਾਡੇ ਕੋਲ ਰਿਕੁਆਇਰਡ ਲੈਵਲ ਆਫ ਇੰਗਲਿਸ਼ ਹੈਗਾ, ਤੁਹਾਡੇ ਕੋਲ 70% +2 ਦੇ ਮਾਰਕਸ ਆ, ਚਾਹੇ ਤੁਹਾਡੀ ਇਮੀਗ੍ਰੇਸ਼ਨ ਹਿਸਟਰੀ ਕੁਝ ਵੀ ਹੋਵੇ, ਰਿਫਿਊਜ਼ਲ ਹਿਸਟਰੀ ਕੁਝ ਵੀ ਹੋਵੇ, ਡਸਨਟ ਮੈਟਰ, ਯੂਕੇ ਐਮਬੈਸੀ ਤੋਂ ਤੁਹਾਡਾ ਕੇਸ ਇਸ ਟਾਈਮ ਰਿਫਿਊਜ਼ ਨਹੀਂ ਹੋਏਗਾ। ਅਸੀਂ ਪੂਰੇ ਸਾਲ ਦੇ ਵਿੱਚ ਇੱਕ ਵੀ ਵੀਜ਼ਾ ਰਿਫਿਊਜ਼ਲ ਨਹੀਂ ਵੇਖਿਆ। ਸੋ ਇਟ ਮੀਨਸ ਇਹ ਇੰਨੀ ਕੁ ਕਲੈਰਿਟੀ ਨਾਲ ਕੰਮ ਚੱਲ ਰਿਹਾ ਕਿ ਜਿਹੜਾ ਵੀਜ਼ਾਸ ਡਿਨਾਈ ਨਹੀਂ ਹੋ ਰਹੇ। ਯਾ ਸੋ ਇਹ ਅਗਰ ਤੁਸੀਂ ਲਾਈਕ ਕਲੈਰਿਟੀ ਜਾਣਾ ਚਾਹੁੰਦੇ ਹੋ, ਸਕਸੈਸਫੁਲ ਜਾਣਾ ਚਾਹੁੰਦੇ ਹੋ, ਤਾਂ ਇਸ ਕੰਟਰੀ ਨੂੰ ਫੋਕਸ ਕਰ ਸਕਦੇ ਹੋ ਨਾਲ। ਸੋ ਵਨ ਮੋਰ ਪੁਆਇੰਟ ਐਂਡ ਦ ਲਾਸਟ ਪੁਆਇੰਟ, ਕਿ ਜਿਸ ਤਰ੍ਹਾਂ ਚਾਈਨਾ ਦੇ ਵਿੱਚ ਇੱਕ ਹੋਰ ਵੇਰੀਐਂਟ ਆ, ਉੱਥੇ ਕੁਝ ਲੋਕਡਾਊਨ ਦਾ ਸੀਨ ਚੱਲ ਰਿਹਾ, ਉਧਰ ਯੂਕਰੇਨ ਤੇ ਰਸ਼ੀਆ ਦੀ ਵਾਰ ਚੱਲ ਰਹੀ ਹੈ। ਸੋ ਪੂਰਾ ਇਕਨੋਮਿਕ ਸਿਸਟਮ ਇਸ ਵਕਤ ਡਗਮਗਾਇਆ ਹੋਇਆ ਪੂਰੀ ਦੁਨੀਆ ਦੇ ਵਿੱਚ। ਇਕਨੋਮੀ ਦਾ ਹਾਲਤ ਜੋ ਹੈ ਉਹ ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ, ਵੈਸੇ ਤਾਂ ਕਦੀ ਵੀ ਪ੍ਰੈਡਿਕਟ ਨਹੀਂ ਕਰ ਸਕਦੇ, ਪਰ ਇਸ ਵਕਤ ਤੇ ਖਾਸ ਤੌਰ ਤੇ ਇਹਦਾ ਕੁਝ ਅਸਰ ਤਾਂ ਨਹੀਂ ਪੈ ਰਿਹਾ, ਕੁਝ ਬੈਡ ਇਫੈਕਟ? ਨਹੀਂ, ਇਹ ਹਾਲੇ ਤੱਕ ਇਹਦਾ ਕੋਈ ਇਫੈਕਟ ਨਹੀਂ ਹੈਗਾ, ਬਿਕੋਜ਼ ਅਸਲ 'ਚ ਕੀ ਆ ਕਿ ਜਿੰਨਾ ਕੁ ਕੋਵਿਡ ਨੇ ਡਰਾਇਆ, ਓਮੀਕਰੋਨ ਤੋਂ ਸਭ ਦਾ ਡਰ ਘਟਿਆ ਆ। ਯਾ, ਔਰ ਜਿੰਨੇ ਕੁ ਪ੍ਰੋਟੋਕਾਲਸ ਕੰਟਰੀ ਦੇ ਸੀ ਹੌਲੀ ਹੌਲੀ ਖਤਮ ਹੋ ਗਏ ਆ। ਸੋ ਤੁਸੀਂ ਇੰਡੀਆ ਦੇ ਵਿੱਚ ਵੀ ਟੋਟਲ ਵੇਖੋ, ਸਾਰੇ ਪ੍ਰੋਟੋਕਾਲਸ ਖਤਮ ਨੇ ਇਸ ਟਾਈਮ, ਕੋਈ ਕਿਸੇ ਕਿਸਮ ਦਾ ਪ੍ਰੋਟੋਕਾਲ ਨਹੀਂ ਹੈਗਾ। ਸੋ ਅਲਟੀਮੇਟਲੀ ਇਹ ਗਰੋਥ ਦਾ ਸਮਾਂ ਆ, ਯਾ, ਔਰ ਇਹ ਸੈਂਸਿਟਿਵ ਟ੍ਰੇਡ ਆ। ਸੋ ਸਾਡੇ ਟ੍ਰੇਡ ਦੇ ਵਿੱਚ, ਟੂਰਿਜ਼ਮ ਦੇ ਵਿੱਚ ਇੱਕ ਚੀਜ਼ ਬਹੁਤ ਖਾਸ ਹੈ ਕਿ ਇਹ ਬਹੁਤ ਸੈਂਸਿਟਿਵ ਆ। ਇਹ ਨਿੱਕੀ ਜਿਹੀ ਕਿਤੇ ਸੈਂਸੇਸ਼ਨ ਹੋਵੇ, ਇੱਕਦਮ ਗ੍ਰਾਫ ਥੱਲੇ ਆ ਜਾਂਦਾ ਹੈ। ਔਰ ਥੋੜਾ ਜਿਹਾ ਡਰ ਦਾ ਮਾਹੌਲ ਘਟਿਆ, ਥੋੜੀ ਤੁਹਾਡੇ ਚਿਹਰੇ ਤੇ ਖੁਸ਼ੀ ਆਈ, ਥੋੜਾ ਜਿਹਾ ਤੁਹਾਡਾ ਹੌਲੀਡੇਇੰਗ ਦਾ ਮਾਹੌਲ ਬਣਿਆ, ਇਹਦਾ ਗ੍ਰਾਫ ਉੱਡੀ ਕੁਇਕਲੀ ਉੱਪਰ ਜਾਂਦਾ ਹੈ। ਯੈਸ, ਔਰ ਫਾਈਨਲ 27 ਤਰੀਕ ਤੋਂ ਸਾਡੀਆਂ ਫਲਾਈਟਸ ਖੁੱਲ ਰਹੀਆਂ ਨੇ। ਯੈਸ। ਸੋ ਅਗਰ ਕਿਸੇ ਨੇ ਟਰੈਵਲ ਵੀ ਕਰਨਾ, ਸਟੂਡੈਂਟਸ ਜਿਨ੍ਹਾਂ ਕੋਲ ਵੀਜ਼ੇ ਹੈਗੇ ਜਾਂ ਜਿਨ੍ਹਾਂ ਨੇ ਵੀ ਇਸ ਸਮੇਂ ਟਰੈਵਲ ਕਰਨਾ ਹੈ, 27 ਮਾਰਚ ਤੋਂ ਬਾਅਦ ਆਪਣੀਆਂ ਤਰੀਕਾਂ ਬੁੱਕ ਕਰੋ। 27 ਮਾਰਚ ਤੋਂ ਬਾਅਦ ਟਿਕਟਾਂ ਬੁੱਕ ਕਰੋ, ਤੁਸੀਂ ਵੇਖੋਗੇ ਹਾਫ ਪ੍ਰਾਈਸ ਦੇ ਵਿੱਚ ਜਾਓਗੇ। ਇਸ ਸਮੇਂ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਨੇ ਉਹ ਹੈਗੀਆਂ ਬੇਸਿਕਲੀ 2 ਕੰਟਰੀਜ਼ ਵਿੱਚ 에ਅਰ ਬਬਲ ਕ੍ਰੀਏਟ ਕੀਤਾ ਪਿਆ। ਯੈਸ, ਔਰ ਉਸ ਬਬਲ ਦੇ ਵਿੱਚ ਚਾਰਟਰਡ ਫਲਾਈਟਸ ਚੱਲ ਰਹੀਆਂ ਨੇ, ਜਿਹਦਾ ਕਰਕੇ ਇੱਕ ਤੇ ਨਾਨ ਰਿਫੰਡੇਬਲ ਨੇ, ਇੱਕ ਬਹੁਤ ਐਕਸਪੈਂਸਿਵ ਨੇ, ਔਰ ਤੁਹਾਡੇ ਕੋਲ ਆਪਸ਼ਨ ਵੀ ਕੋਈ ਹੈ ਨਹੀਂ ਹੈ। ਹੁਣ ਸ਼ਡਿਊਲਡ ਫਲਾਈਟਸ ਨੇ, ਹੁਣ ਜਿਹੜੀਆਂ ਸੀਆਰਐਸ ਸੈਂਟਰਲ ਰਿਜ਼ਰਵੇਸ਼ਨ ਸਿਸਟਮ ਦੇ ਉੱਪਰ, ਗੈਲੀਲੀਓ ਦੇ ਉੱਪਰ ਜਿਹੜੀਆਂ ਸਿਸਟਮ ਦੇ ਉੱਪਰ ਸੀਟਾਂ ਬੁੱਕ ਹੋਣ ਲੱਗ ਪਈਆਂ ਨੇ। ਯੈਸ, ਸੋ ਉਹ ਤੁਸੀਂ 27 ਤੋਂ ਬਾਅਦ ਵੇਖੋਗੇ ਇੱਕਦਮ ਪ੍ਰਾਈਸਸ ਹਾਫ ਆ ਜਾਣਗੇ। ਓਕੇ, ਸੋ ਤਾਂ ਹੀ ਮੈਂ ਕਹਿ ਰਿਹਾ ਕਿ ਸਮਰ ਟਾਈਮ ਹਮੇਸ਼ਾ ਬੈਸਟ, ਤੁਸੀਂ ਉਹਦੀਆਂ ਨਿਸ਼ਾਨੀਆਂ ਵੇਖ ਰਹੇ ਹੋ। ਸੋ ਇੱਕ ਹੋਰ ਨਿਸ਼ਾਨੀ ਹੈ ਕਿ ਅਗਰ 27 ਮਾਰਚ ਤੋਂ ਖੁੱਲ ਰਿਹਾ ਤਾਂ ਅਪ੍ਰੈਲ ਔਨਵਰਡਸ ਜਰਨੀ ਤੁਹਾਡੀ ਸਸਤੀ ਹੋਗੀ। ਸੋ ਇਹ ਬਹੁਤ ਸੈਂਸਿਟਿਵ ਹੈ, ਨਿੱਕੀਆਂ ਨਿੱਕੀਆਂ ਚੀਜ਼ਾਂ ਇਹਨੂੰ ਮਿੰਟ 'ਚ ਪਪੂਲਰ ਕਰਦੀਆਂ ਨੇ, ਔਰ ਸਮਰ ਟਾਈਮ ਹੈ, ਸੋ ਵੀਜ਼ਾ ਟਾਈਮ ਐਗਜ਼ੈਕਟਲੀ ਹੋਣਾ। ਸੋ ਇਟ ਇਜ਼ ਹਾਈ ਟਾਈਮ ਕਿ ਤੁਸੀਂ ਅਪਲਾਈ ਕਰੋ ਆਪਣਾ ਵੀਜ਼ਾ, ਤੇ ਜਿੱਥੇ ਜਾਣਾ ਚਾਹੁੰਦੇ ਹੋ ਜ਼ਰੂਰ ਜਾਓ। ਤੇ ਅਸੀਂ ਅਰਵਿੰਦਰ ਜੀ ਦਾ ਥੈਂਕ ਯੂ ਹੁਣ ਕਰਾਂਗੇ ਕਿ ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਇਨਫੋਰਮੇਸ਼ਨ, ਔਰ ਹਮੇਸ਼ਾ ਇਸ ਤਰ੍ਹਾਂ ਹੀ ਆਉਂਦੇ ਰਹੋ ਔਰ ਸਾਡੇ ਦਰਸ਼ਕਾਂ ਨੂੰ ਵੰਡਰਫੁਲ ਇਨਫੋਰਮੇਸ਼ਨ ਦਿੰਦੇ ਰਹੋ, ਔਰ ਤੁਸੀਂ ਵੀ ਆਪਣੀਆਂ ਕੁਐਰੀਜ਼ ਭੇਜਦੇ ਰਹਿਣਾ, ਜੋ ਵੀ ਤੁਸੀਂ ਇਨਫੋਰਮੇਸ਼ਨ ਚਾਹੁੰਦੇ ਹੋ ਅਸੀਂ ਤੁਹਾਨੂੰ ਪੰਜਾਬ ਐਬਰੋਡ ਦੇ ਵਿੱਚ ਡੈਫੀਨੇਟਲੀ ਦਵਾਂਗੇ। ਥੈਂਕ ਯੂ ਸੋ ਮਚ ਸਰ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV।